ਉਹ ਕਹਿੰਦੇ ਨੇ ਕਿ ਜਦੋਂ ਇਹ ਹੈਲਥ ਸੈਕਟਰੀ ਸੀਗੇ, ਜਦੋਂ ਕੋਈ ਮਸ਼ੀਨਾਂ ਖਰੀਦਣੀਆਂ ਸੀ, ਉਹ ਮਸ਼ੀਨਾਂ ਖਰੀਦਣ ਦਾ ਘਪਲੇ ਦਾ ਦੋਸ਼ ਹੈ ਜੀ ਇਸ ਤਾਂ ਬਦਲਿਆ ਅਜੈ ਸ਼ਰਮਾ ਤੇ, ਤਾਂ ਬਦਲਿਆ ਗਿਆ। ਔਰ ਹੁਣ ਇੱਕ ਇਹ ਵੀ ਕਹਿਤਾ ਅੱਜ ਕਿ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਕੋਈ ਜਾਂਚ ਆਰਡਰ, ਉਹ ਕੌਣ ਕਰ ਰਿਹਾ ਜਾਂਚ, ਕਿ ਉਹ ਜਾਂਚ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ, FIR ਜਾਂ ਜੋ ਵੀ ਤਰੀਕਾ ਕਰੋਗੇ। ਅਜੇ ਤੱਕ ਕਲੈਰਿਟੀ ਨਾਲ ਚੀਫ ਸੈਕਟਰੀ ਜਾਂ ਚੀਫ ਮਿਨਿਸਟਰ ਜਾਂ ਕੋਈ ਵੀ ਅੱਗੇ ਨਹੀਂ ਆ ਰਿਹਾ ਕਿ ਜਿਹੜੀ ਵੀ ਇਸ਼ਤਿਹਾਰਬਾਜ਼ੀ ਦੇਣੀ ਹੈ ਥਰੂ ਲੋਕ ਸੰਪਰਕ ਵਿਭਾਗ ਜਾਂਦੀ ਹੈ, ਸਰਕਾਰੀ ਖਜ਼ਾਨੇ ਦੇ ਥਰੂ ਲੋਕ ਸੰਪਰਕ ਵਿਭਾਗ ਦਿੰਦਾ ਤੇ ਜਿਨ੍ਹਾਂ ਨੂੰ ਵੰਡ ਕੇ ਉਸ ਲੈਵਲ ਤੇ। ਬਿਲਕੁਲ। ਤੇ ਹੁਣ ਤੁਸੀਂ ਸਾਰੇ ਡਿਪਾਰਟਮੈਂਟਾਂ ਤੋਂ ਚੂਸੀ ਜਾਓਗੇ ਪਰ ਜੇਕਰ ਇਸ ਤਰੀਕੇ ਨਾਲ ਕਰਨ ਲੱਗੇ ਕਿ ਮੇਰੀ ਮੰਨੀ ਚਾਹੇ ਕਾਨੂੰਨ ਕੁਝ ਵੀ ਕਹਿੰਦਾ ਹੈ, ਚਾਹੇ ਰੂਲਸ ਰੈਗੂਲੇਸ਼ਨ ਚ ਕੁਝ ਵੀ ਕਹਿੰਦੇ ਨੇ, ਐ ਤਾਂ ਨਹੀਂ ਚੱਲੂਗਾ। ਤੁਸੀਂ ਕੋਈ ਬਾਦਸ਼ਾਹ ਨਹੀਂ ਪੁਰਾਣੇ, ਜੇ ਤਾਸ਼ ਦੇ ਪੱਤਿਆਂ ਵਾਂਗ ਬਦਲੋਗੇ ਤਾਂ ਤੁਸੀਂ ਕਿਹੜੇ ਵਧੀਆ ਸਕੂਲ ਫਲਾਣੇ ਤੇ ਜਿਹੜੀਆਂ ਚੀਜ਼ਾਂ ਲਿਆਓਗੇ ਕਿ ਜਦੋਂ ਤੁਸੀਂ ਨਕਲ ਮਾਰ ਕੇ ਆਉਂਦੇ ਹੋ ਕਿਤੋਂ ਵੀ, ਦਿੱਲੀ ਇੱਕ ਸਿਟੀ ਸਟੇਟ ਆ, ਉਹਦੀ ਨਕਲ ਮਾਰ ਕੇ ਪੰਜਾਬ ਚ ਆਓਗੇ। ਸਾਡੇ ਡਿਸਪੈਂਸਰੀਆਂ ਨੇ ਰੂਰਲ ਏਰੀਆ ਬਹੁਤ ਵੱਡੇ ਪੱਧਰ ਤੇ, ਦਿੱਲੀ ਤਾਂ ਸਿਟੀ ਸਟੇਟ ਹੈ। ਪਹਿਲੀ ਗੱਲ ਤਾਂ ਮੁਹੱਲਾ ਕਲੀਨਿਕ ਨਹੀਂ ਪੰਜਾਬ ਦੇ ਵਿੱਚ ਚੱਲਦਾ ਕੰਮ, ਤਾਂ ਡਿਸਪੈਂਸਰੀ 12,000 ਤੋਂ ਵੱਧ ਤਾਂ ਪਿੰਡ ਨੇ, ਉਹ ਚੀਜ਼ਾਂ ਹੀ ਨਹੀਂ ਚੱਲਦੀਆਂ ਹੁੰਦੀਆਂ, ਮਤਲਬ ਮੁਹੱਲੇ ਦਾ ਹੁੰਦਾ। ਬਿਲਕੁਲ। ਔਰ ਕਿਸੇ ਡਿਸਪੈਂਸਰੀ ਚ ਦਵਾਈ ਨਹੀਂ, ਕਿਸੇ ਹਸਪਤਾਲ ਚ ਪਰਚੀ ਫੜਾ ਦਿੰਦਾ ਡਾਕਟਰ ਚੱਕ ਕੇ ਬਾਹਰ ਲੈ ਲਓ। ਇੱਕ ਮੁਹੱਲਾ ਕਲੀਨਿਕ ਚ ਤੁਸੀਂ ਕਹਿੰਦਾ ਇੱਥੇ ਦਵਾਈ ਮਿਲੂਗੀ, ਵੱਡੇ ਹਸਪਤਾਲ ਜਿੱਥੇ ਲੋਕ ਜਾਂਦੇ ਨੇ, ਜਿਹੜੀਆਂ ਡਿਸਪੈਂਸਰੀਆਂ ਜਾਂਦੇ ਨੇ, ਉਹ ਤੁਸੀਂ ਡਿਫੰਕਟ ਕਰਤੀਆਂ ਉਸ ਪੱਧਰ ਦੇ ਉੱਤੇ। ਸਰਕਾਰ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਆਉਣਾ ਚਾਹੀਦਾ। ਉਹਨਾਂ ਨੂੰ ਤਾਂ ਚੋਣਾਂ ਜਿੱਤਣ ਦੀ ਪਈ ਹੈ। ਭਾਜਪਾ ਉਸੇ ਬਾਰਡਰ ਦੇ ਕਿਨਾਰੇ ਅੰਮ੍ਰਿਤਸਰ ਦੇ ਵਿੱਚ 2 ਰੋਜ਼ਾ ਆਪਣੀ ਕਾਰਜਕਾਰੀ ਦੀ ਬੈਠਕ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਨੁਕਤੇ ਸਿੱਖ ਰਹੀ ਹੈ ਕਿ ਅਸੀਂ 13 MP ਸੀਟਾਂ ਕਿਵੇਂ ਜਿੱਤਣੀਆਂ। ਉਹ ਕਹਿ ਰਹੇ ਨੇ ਬੀਜੇਪੀ ਵਾਲੇ ਕਿ ਅਸੀਂ 13 ਲੋਕ ਸਭਾ ਤੇ 117 ਅਸੈਂਬਲੀ ਉਹਦੇ ਚ ਨਾ ਯਾਤਰਾ ਕਰਾਂਗੇ। ਅਮਿਤ ਸ਼ਾਹ ਆਉਣਗੇ ਜਾਂ ਬਾਕੀ ਉਹਦੇ ਤੇ ਪਾਰਟੀ ਦਾ ਸੰਗਠਨ ਮਜ਼ਬੂਤ ਕਰਾਂਗੇ। ਮੁੱਦੇ ਬਾਅਦ ਦੀ ਗੱਲ, ਪਾਰਟੀਆਂ ਦੀ ਸੋਚ ਕੀ ਹੁੰਦੀ ਸੀ ਕਿ ਮੈਂ ਤਹਿਸੀਲ ਪੱਧਰ ਤੇ ਕਰ ਰਿਹਾ, ਮੈਂ ਜ਼ਿਲ੍ਹੇ ਪੱਧਰ ਤੇ ਕਰ ਰਿਹਾ, ਮੈਂ ਇਹ ਸਟੇਟ ਪੱਧਰ ਤੇ ਕਰ ਰਿਹਾ। ਹੁਣ ਮੈਂ ਸੀਟ ਪੱਧਰ ਤੇ ਕਰ ਸੀਟ ਪੱਧਰ ਤੇ ਕਰਦੇ ਦਾ ਮਤਲਬ ਕੀ ਹੈ ਕਿ ਮੇਰੇ ਦਿਮਾਗ 'ਚ ਕੱਲੀ ਸੀਟ ਹੈ, ਕੱਲੀ ਚੋਣ ਹੈ, ਬਸ। ਬਾਕੀ ਕੋਈ ਨਹੀਂ ਹੈ, ਬਾਕੀ ਢਾਂਚਾ ਜੇ ਉਹ ਬਾਕੀ ਦੀਆਂ ਚੀਜ਼ਾਂ ਮੁੱਦੇ ਸਭ ਮੰਨਫੀ ਸਤਿ ਸ਼੍ਰੀ ਅਕਾਲ। ਤਬਾਦਲੇ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਹੁੰਦੇ ਸੀ, ਤਬਾਦਲੇ ਹੁਣ ਵੀ ਹੋ ਰਹੇ ਨੇ। ਤਬਾਦਲੇ ਰੂਟੀਨ ਕਾਰਵਾਈ 'ਚ ਵੀ ਹੁੰਦੇ ਨੇ ਜਾਂ ਕਈ ਵਾਰ ਤਬਾਦਲਿਆਂ 'ਚੋਂ ਬਦਲਾਖੋਰੀ ਵੀ ਨਜ਼ਰ ਆਉਂਦੀ ਆ। ਹੁਣ ਇੱਕ ਵਾਰ ਵਿਵਾਦ ਆਇਆ ਕਿ ਜੀ 30 ਕਰੋੜ ਦੇ ਚੱਕਰ 'ਚ ਇੱਕ ਅਫਸਰ ਬਦਲਤਾ ਕਿ ਉਹ 30 ਕਰੋੜ ਦੇ ਉੱਤੇ ਦਸਤਖਤ ਨਹੀਂ ਕਰ ਰਿਹਾ, ਤੇ ਪੰਜਾਬ ਸਰਕਾਰ ਚਾਹੁੰਦੀ ਆ ਕਿ ਅਸੀਂ ਜਿਹੜੇ ਮੁਹੱਲਾ ਕਲੀਨਿਕਾਂ ਦਾ ਬਾਗ ਕਮਾਲ ਕੰਮ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਕਰ ਦਿੱਤੀ ਕਿ ਲਓ ਜੀ 12,000 ਤੋਂ ਵੱਧ ਪਿੰਡਾਂ ਵਾਲੇ ਪੰਜਾਬ 'ਚ ਅਸੀਂ 500 ਮੁਹੱਲਾ ਕਲੀਨਿਕ ਖੋਲ ਕੇ 30 ਕਰੋੜ ਦੇ ਇਸ਼ਤਿਹਾਰ ਦੇਣੇ ਆ, ਤੇ ਕਹਿੰਦੇ ਉਹਨੇ ਸਾਈਨ ਨਹੀਂ ਕੀਤੇ, ਉਹਦੇ ਕਰਕੇ ਬਦਲਤੇ ਤੇ ਕੁਝ ਹੋਰ ਅਧਿਕਾਰੀ। ਕੀ ਇਹ ਬਦਲੀਆਂ ਦਾ ਖੇਡ ਰੂਟੀਨ 'ਚ ਵੀ ਚੱਲਦਾ ਪਹਿਲੀਆਂ ਸਰਕਾਰਾਂ 'ਚ ਵੀ, ਜਾਂ ਇਸ ਬਾਰੇ ਬਦਲਾਖੋਰੀ ਹੈ? ਨਹੀਂ, ਬਦਲੀਆਂ ਪਹਿਲਾਂ ਵੀ ਚੱਲਦੀਆਂ ਨੇ, ਪਹਿਲਾਂ ਵੀ ਪੋਲੀਟੀਸ਼ੀਅਨ ਕਈ ਵਾਰ ਆਪਣੀ ਮਰਜ਼ੀ ਨਾਲ ਬਦਲਦੇ ਰਹੇ ਨੇ, ਇੱਧਰ ਉੱਧਰ ਕਰਦੇ ਰਹੇ ਨੇ, ਪਰ ਜਿਸ ਢੰਗ ਨਾਲ ਹੁਣ ਬਦਲਦੇ, ਕਦੇ 2 ਬਦਲਤੇ, ਕਦੇ 3 ਬਦਲਤੇ, ਕਦੇ ਕਿਸੇ ਗੱਲ 'ਚ ਅੜਿੱਕਾ ਆ ਗਿਆ, ਕਿਸੇ ਨਾਲ ਡਿਸਪਿਊਟ ਆ ਸਕਦਾ ਇੱਕ ਅੱਧੇ ਅਧਿਕਾਰੀ ਨਾਲ, ਇੱਕਾ ਦੁੱਕਾ ਨਾਲ ਤੁਹਾਡਾ, ਪਰ ਜਦੋਂ ਬਹੁਤ ਖੇਤਰਾਂ 'ਚ ਜ਼ਿਆਦਾ ਹੀ ਬਦਲਣ ਲੱਗ ਜੇ, ਇੱਥੇ ਵੀ ਤੁਹਾਡਾ ਰੌਲਾ ਪਿਆ, ਇੱਥੇ ਵੀ ਰੌਲਾ ਪਿਆ, ਇੱਥੇ ਵੀ, ਤਾਂ ਇਹ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਅਸਲ 'ਚ ਤਾਲਮੇਲ ਬੈਠ ਨਹੀਂ ਪਾ ਰਿਹਾ। ਪਹਿਲਾਂ ਵੀ ਕਿੰਨੀ ਚਰਚਾ ਹੋਈ ਹੈ ਬਾਰ-ਬਾਰ ਕਿੰਨੇ ਮਾਮਲਿਆਂ ਦੀ, ਪਹਿਲਾਂ ਤਾਂ ਚਲੋ ਰੈਵਨਿਊ ਵਾਲੇ ਚਲੇ ਗਏ, ਹੁਣ ਤਾਂ ਉਹ ਤਾਂ ਇੱਕ ਕਰਪਸ਼ਨ ਕੇਸ ਹੋਰ ਲੈਵਲ ਦਾ ਮਾਮਲਾ। ਇਹ ਤਾਂ ਜਿਹੜਾ ਬਿਲਕੁਲ ਮਾਮਲਾ ਨਾਰਮਲ ਮਾਮਲਾ, ਜਿਹੜੇ ਤੇ ਪਹਿਲਾਂ ਤੋਂ ਹੀ ਦੋਸ਼ ਲੱਗਦੇ ਨੇ ਆਮ ਆਦਮੀ ਪਾਰਟੀ ਤੇ ਕਿ ਤੁਸੀਂ ਸਰਕਾਰੀ ਖਜ਼ਾਨੇ ਚੋਂ ਜਿਹੜਾ ਤਨਖਾਹ ਉਹ ਦਿੰਦੇ ਹੋ ਇਸ਼ਤਿਹਾਰ, ਵੈਸੇ ਤੁਸੀਂ ਕਹਿੰਦੇ ਹੋ ਸਾਡਾ ਕੰਮ ਬੋਲਦਾ, ਤੇ ਉਹ ਕੰਮ ਬੋਲਾਉਣ ਦੇ ਵਾਸਤੇ ਤੁਸੀਂ ਇੰਨੇ ਵੱਡੇ ਇਸ਼ਤਿਹਾਰ ਨਾਲ, ਇਹ ਬਹੁਤ ਇੱਕ ਜਿਹੜੀ ਫਿਗਰ ਆਈ ਹੈ, ਜਿਹੜੀ ਫਿਗਰ ਪੇਸ਼ ਕੀਤੀ ਜਾ ਰਹੀ ਹੈ ਕਿ 10 ਕਰੋੜ ਅਜੇ ਤੱਕ ਮੁਹੱਲਾ ਕਲੀਨਿਕਾਂ ਤੇ ਲੱਗਿਆ ਸਾਰਾ ਜੀ, ਤੇ 30 ਕਰੋੜ ਦੀ ਤੁਸੀਂ ਮੰਗਦੇ ਹੋ ਇਸ਼ਤਿਹਾਰਬਾਜ਼ੀ, ਹੈ ਨਾ। ਇਹ ਤਾਂ ਕੋਈ ਗੱਲ ਨਹੀਂ ਬਣੀ। ਔਰ ਫਿਰ ਤੁਸੀਂ ਉਹ ਅਫਸਰ ਦਾ ਜਦ ਤਬਾਦਲਾ ਉਸੇ ਦਿਨ, ਅੱਜ ਤੱਕ ਵੀ ਉਹ ਹਵਾ 'ਚ ਲਟਕ ਰਿਹਾ। ਤੁਸੀਂ ਤਬਾਦਲੇ ਵੀ ਕਰਦੇ ਹੋ ਨਾ ਨਾਰਮਲੀ, ਤਾਂ ਖਿੱਚ ਕੇ ਨਹੀਂ ਕਰਦੇ, ਉਹਨੂੰ ਕਿਤੇ ਤਾਂ ਲਾ ਦਿੰਦੇ ਹੋ ਨਾ ਵੀ ਚਲ ਇੱਥੇ ਤੈਨੂੰ ਚਾਰਜ ਦੇਤਾ ਜਾਂ ਬਾਕੀ ਚੀਜ਼ਾਂ ਨੇ। ਔਰ ਉਹਦੇ ਨਾਲ ਦੀ ਨਾਲ ਫਿਰ ਦੂਜੇ ਪਾਸੇ ਸਰਕਾਰ ਦਾ ਪੱਖ ਆਉਂਦਾ ਹੈ, ਔਰ ਕੁਝ ਖਾਸ ਮੀਡੀਆ ਨੂੰ ਉਹ ਮਤਲਬ ਸੰਬੋਧਨ ਕਰਦੇ ਨੇ। ਉਹ ਕਹਿੰਦੇ ਨੇ ਕਿ ਜਦੋਂ ਇਹ ਹੈਲਥ ਸੈਕਟਰੀ ਸੀਗੇ, ਜਦੋਂ ਕੋਈ ਮਸ਼ੀਨਾਂ ਖਰੀਦਣੀਆਂ ਸੀ, ਉਹ ਮਸ਼ੀਨਾਂ ਖਰੀਦਣ ਦਾ ਘਪਲੇ ਦਾ ਦੋਸ਼ ਹੈ ਜੀ ਇਸ ਅਜੈ ਸ਼ਰਮਾ ਤੇ, ਤਾਂ ਬਦਲਿਆ ਗਿਆ। ਔਰ ਹੁਣ ਇੱਕ ਇਹ ਵੀ ਕਹਿਤਾ ਅੱਜ ਕਿ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਜੇ ਤੱਕ ਕੋਈ ਜਾਂਚ ਆਰਡਰ ਉਹ ਕੌਣ ਕਰ ਰਿਹਾ ਜਾਂਚ? ਹੂੰ ਕੀ ਕੋਈ ਡਿਪਾਰਟਮੈਂਟਲ ਜਾਂਚ ਹੈ, ਹੂੰ ਪ੍ਰਸ਼ਾਸਨਿਕ ਤੌਰ ਤੇ ਕੋਈ ਚੀਫ ਸੈਕਟਰੀ ਆਪ ਕਰ ਰਹੇ ਨੇ? ਹੂੰ ਕੀ ਵਿਜੀਲੈਂਸ ਨੂੰ ਜਾਂਚ ਦਿੱਤੀ ਹੈ? ਉਹ ਹੁਕਮ ਕਿੱਥੇ ਹੈ? ਹੁਕਮ ਕੀਤੇ ਸਰਕਾਰਾਂ ਦੇ ਬਿਆਨ ਬੜੇ ਸੁਣੇ ਨੇ, ਹੁਕਮ ਕਿਤੇ ਦਿਖਾਈ ਨਹੀਂ ਦੇ ਰਿਹਾ ਨਾ, ਉਹ ਕਾਹਦਾ ਕੀਤਾ ਗਿਆ, ਹੂੰ ਕਿਵੇਂ ਕੀਤਾ ਗਿਆ? ਨਾਲ ਚਰਚਾ ਇਹ ਵੀ ਆ ਰਹੀ ਹੈ ਵੀ ਜਿਹੜੀਆਂ ਮਸ਼ੀਨਾਂ ਵਗੈਰਾ ਖਰੀਦੀਆਂ ਨੇ ਉਹਦਾ ਫੈਸਲਾ ਤਾਂ ਅੰਤ ਨੂੰ ਕੈਬਨਿਟ ਨੇ ਕੀਤਾ, ਹਾਂਜੀ ਤੇ ਜੇ ਕੈਬਨਿਟ ਨੇ ਕੀਤਾ ਹੋਇਆ ਤਾਂ ਕੈਬਨਿਟ ਵਾਲੇ ਪੋਲੀਟੀਸ਼ੀਅਨ, ਉਸ ਸਮੇਂ ਦੇ ਮੰਤਰੀ, ਉਸ ਸਮੇਂ ਦੇ ਚੀਫ ਮਿਨਿਸਟਰ, ਉਹ ਵੀ ਤਾਂ ਵਿੱਚ ਉਸ ਸਾਰੇ ਚ ਇਨਵੋਲਵ ਹੋਣਗੇ। ਬਿਲਕੁਲ ਔਰ ਇਹ ਚਰਚਾ ਦਾ ਅਜੇ ਤੱਕ ਮਤਲਬ ਇੱਕ ਕਾਊਂਟਰ ਕਰਨ ਲਈ ਤੁਸੀਂ ਟਰਾਈ ਕਰ ਰਹੇ ਹੋ, ਕਾਊਂਟਰ ਹੋ ਨਹੀਂ ਰਿਹਾ ਹੋ ਨਹੀਂ ਰਿਹਾ। ਜਿੰਨਾ ਚਿਰ ਤੁਹਾਡੇ ਕੋਲੋਂ ਕੋਈ ਆਰਡਰ ਨਹੀਂ ਆਉਂਦਾ। ਹੂੰ ਤੁਸੀਂ ਆਰਡਰ ਕਰੋ, ਆਰਡਰ ਲੋਕਾਂ ਦੇ ਸਾਹਮਣੇ ਆਵੇ ਕਿ ਕਿਹੜੀ ਚੀਜ਼ ਦਾ, ਹੂੰ ਔਰ ਫਿਰ ਵੀ ਆਰਡਰ ਹੁੰਦਾ ਹੈ ਜੇ ਤੁਸੀਂ ਜਾਂਚ ਕਰਤੀ ਕੀ ਉਹਨੂੰ ਸਸਪੈਂਡ ਕਰਤਾ ਅਧਿਕਾਰੀ ਨੂੰ? ਹਾਂ ਸਵਾਲ ਹੈ ਕਿ ਫਿਰ ਬਦਲੀ ਕਿਉਂ? ਜੇ ਉਹਨੇ ਘਪਲਾ ਕੀਤਾ ਉਹਦੇ 'ਤੇ ਕਾਰਵਾਈ ਤੁਰੰਤ ਹੁੰਦੀ, ਤੁਰੰਤ ਕਾਰਵਾਈ, ਤਾਂ ਫਿਰ ਕੀ ਸਸਪੈਂਡ ਕਰਤਾ ਹੈ? ਜਾਂ 30 ਜਾਂ ਕਰੋੜ ਕੀ ਦਾ ਹੀ ਕਿਤੇ ਮਾਮਲਾ ਹੋਰ ਭੇਜ ਕੇ ਵੀ ਉਹਨੂੰ ਉਹਦੀ ਜਾਂਚ ਉਸੇ ਤਰੀਕੇ ਨਾਲ ਹੋ ਸਕਦੀ ਹੈ? ਹੂੰ ਜਾਂ ਫਿਰ ਕੋਈ ਇਹਦੇ ਚ ਵੀ ਕੋਈ ਮਾਮਲਾ ਆਊਗਾ ਕਿ ਉਹ ਜਾਂਚ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ, FIR ਜਾਂ ਜੋ ਵੀ ਤਰੀਕਾ ਕਰੋਗੇ? ਅਜੇ ਤੱਕ ਕਲੈਰਿਟੀ ਨਾਲ ਚੀਫ ਸੈਕਟਰੀ ਜਾਂ ਚੀਫ ਮਿਨਿਸਟਰ ਜਾਂ ਕੋਈ ਵੀ ਅੱਗੇ ਨਹੀਂ ਆ ਰਿਹਾ ਮਾਮਲਾ ਕੀ ਹੈ, ਤੇ ਇਹਦੇ ਨਾਲ ਹੀ ਹੋਰ ਟ੍ਰਾਂਸਫਰਾਂ ਵੀ ਹੋ ਜਾਣ। ਕੱਲੀ ਇਹ ਹਾਂ ਨਹੀਂ, ਜੀ ਇਦੋਂ ਪਹਿਲਾਂ ਵੀ ਉਹ ਕਹਿੰਦੇ ਨੇ ਇਸ ਅਫਸਰ ਨੇ ਤਾਂ ਇਹ ਕਿਹਾ ਕਿ ਮੈਂ ਆਪਣੇ ਕੋਲੋਂ ਇੰਨਾ ਨਹੀਂ ਦੇ ਸਕਦਾ। ਹਾਂ ਦੂਜੀ ਗੱਲ ਚੀਫ ਸੈਕਟਰੀ ਇਹ ਕਹਿੰਦੇ ਨੇ ਗਾਹੇ ਬਗਾਏ ਲੋਕਾਂ ਨੂੰ ਜਿਨ੍ਹਾਂ ਦੀ ਵੀ ਗੱਲ ਹੁੰਦੀ ਹੈ ਕਿ ਸਰਕਾਰ ਜਿਹੜੇ ਪਾਲਿਸੀ ਬਣਾ ਲਈ ਜਿਹੜੇ ਮਰਜ਼ੀ ਡਿਪਾਰਟਮੈਂਟ ਤੋਂ ਪੈਸੇ ਲੈ ਸਕਦੀ ਹੈ, ਸਾਡੇ ਲਈ ਕੋਈ ਦਿੱਕਤ ਇਹ ਉਹ ਕਹਿੰਦੇ ਇਸ਼ਤਿਹਾਰਬਾਜ਼ੀ ਵੀ ਠੀਕ ਹੈ, ਪਰ ਉਹ ਨਹੀਂ, ਉਹ ਤਾਂ ਡਿਪੈਂਡ ਕਰ ਹੀ ਰਹੀ ਕਹਿੰਦੇ ਹੈ। ਨੇ ਉਹੀ ਹੈ, ਤਾਂ ਹੀ ਤਾਂ ਉਹ ਦੇ ਰਹੇ ਨੇ ਜੇ ਠੀਕ ਸਾਬਤ ਕਰ ਰਹੇ ਨੇ। ਪਹਿਲਾਂ ਤਾਂ ਕਹਿੰਦੇ ਨੇ ਵੀ ਹਾਂ ਇਸ਼ਤਿਹਾਰਬਾਜ਼ੀ, ਪਰ ਨਾਲ ਦੀ ਨਾਲ ਇੱਕ ਹੋਰ ਗੱਲ ਵੀ ਹੈ। ਉਹ ਗੱਲ ਇਹ ਹੈ ਕਿ ਤੁਸੀਂ ਜਿਹੜੀ ਇਸ਼ਤਿਹਾਰਬਾਜ਼ੀ ਕਹਿ ਰਹੇ ਹੋ ਹਰ ਇੱਕ ਡਿਪਾਰਟਮੈਂਟ, ਇਦੋਂ ਪਹਿਲਾਂ ਇੱਕ ਨਾਰਮਲ ਤਰੀਕਾ ਇਹ ਹੁੰਦਾ ਸਗੋਂ ਕਿ ਜਿਹੜੀ ਵੀ ਇਸ਼ਤਿਹਾਰਬਾਜ਼ੀ ਦੇਣੀ ਹੈ ਥਰੂ ਲੋਕ ਸੰਪਰਕ ਵਿਭਾਗ ਜਾਂਦੀ ਹੈ, ਥਰੂ ਸਰਕਾਰੀ ਖਜ਼ਾਨੇ ਦੇ ਥਰੂ ਲੋਕ ਸੰਪਰਕ ਵਿਭਾਗ ਦਿੰਦਾ, ਤੇ ਜਿਨ੍ਹਾਂ ਨੂੰ ਵੰਡ ਕੇ ਉਸ ਲੈਵਲ ਤੇ ਬਿਲਕੁਲ। ਤੇ ਹੁਣ ਤੁਸੀਂ ਸਾਰੇ ਡਿਪਾਰਟਮੈਂਟਾਂ ਤੋਂ ਚੂਸੀ ਜਾਓਗੇ ਔਰ ਲੱਗਦਾ ਇਹ ਹੈ ਵੀ ਜੇ ਇਹ 30 ਕਰੋੜ ਜੇ 10 ਕਰੋੜ ਮੁਹੱਲਾ ਕਲੀਨਿਕ ਤੇ ਲਾਇਆ, ਇਹ 30 ਕਰੋੜ ਵੀ ਮੁਹੱਲਾ ਕਲੀਨਿਕਾਂ ਤੇ ਹੋਰ ਲਾਉਣ ਦੇ ਮਾੜੇ ਮੋਟੇ ਚਾਰ ਸਿਹਤ ਸੁਧਰ ਜਾਂਦੀ, ਥੋੜੇ ਬਹੁਤ ਫਰਕ ਪੈਂਦਾ, ਜਿੰਨਾ ਕਿ ਫਰਕ ਪੈਂਦਾ, ਪਰ ਉਹ ਤਾਂ ਅਲੱਗ ਗੱਲ ਹੈ ਕਿ ਅਜੇ ਤੱਕ ਦੀ ਪਾਲਿਸੀ ਨਾਲ ਰਿਲੇਟਡ ਨੇ। ਹੋਰ ਕਿਵੇਂ ਹੋਏ ਇਸੇ ਟਾਈਪ ਦੇ ਮੁਕਾਬਲੇ? ਜਦੋਂ ਵਿਵਾਦ ਪੈਦਾ ਕਦੋਂ ਹੁੰਦਾ? ਵਿਵਾਦ ਪੈਦਾ ਉਦੋਂ ਹੁੰਦਾ ਜਦੋਂ ਦੋ ਚੀਜ਼ਾਂ ਟਕਰਾਉਂਦੀਆਂ ਨੇ। ਹਾਂਜੀ ਇਦੋਂ ਪਹਿਲਾਂ ਅਨੁਰੁੱਧ ਤਿਵਾੜੀ ਚੀਫ ਸੈਕਟਰੀ ਸੀ। ਹਾਂ ਅਨੁਰੁੱਧ ਤਿਵਾੜੀ ਮਤਲਬ ਠੀਕ ਠਾਕ ਅਫਸਰ ਵਜੋਂ ਮੰਨੇ ਜਾਣੇ ਜਾਂਦੇ ਬਿਲਕੁਲ। ਔਰ ਉਹਨਾਂ ਨੇ ਇਹ ਕਹਿਤਾ, ਅਨੁਰੁੱਧ ਤਿਵਾੜੀ ਨੇ ਮਤਲਬ ਕਿਸੇ ਮਾਮਲੇ ਦੇ ਵਿੱਚ ਮੰਨਿਆ ਇਹ ਜਾ ਰਿਹਾ ਕਿ ਮੈਂ ਫਾਈਲ ਲੈ ਕੇ ਕਿਸੇ ਅਨਅਥੋਰਾਈਜ਼ਡ ਬੰਦੇ ਕੋਲ ਨਹੀਂ ਜਾਂਦਾ। ਗੱਲ ਹੈ ਕਿ ਰਾਘਵ ਚੱਡਾ ਵਾਲਾ ਮੁੱਦਾ ਬਣ ਰਿਹਾ ਸੀ, ਉਹ ਠੀਕ ਨਹੀਂ ਗੱਲ ਹੈ ਨਾ। ਤੇ ਉਹ ਸਾਰੇ ਮਾਮਲੇ ਦੇ ਵਿੱਚ ਜਦੋਂ ਨਹੀਂ ਜਾਂਦਾ ਤਾਂ ਤੁਸੀਂ ਕਹਿੰਦੇ ਆਪਾਂ ਨੂੰ ਚੀਫ ਸੈਕਟਰੀ ਇਹ ਨਹੀਂ ਚਾਹੀਦਾ, ਚਲੋ ਜੀ ਤੁਹਾਨੂੰ ਵੀ ਹਟਾਤਾ, ਠੀਕ ਹੈ, ਉਸ ਪੱਧਰ ਦੇ ਉੱਤੇ। ਹੁਣ DGSC ਕਿਲਾਇਆ, ਇਹਦੇ ਤੇ ਵੀ ਚਰਚਾ ਹੈ। DGSC ਮਤਲਬ 3 ਮਹੀਨੇ ਹੋਏ ਨੇ ਲੱਗੇ, 3 ਮਹੀਨੇ। ਸਕੂਲ ਐਜੂਕੇਸ਼ਨ ਇੱਕ ਐਸਾ ਸਿਸਟਮ ਹੁੰਦਾ ਹੈ ਜਿਹਦੇ ਤੁਸੀਂ ਇੰਨੀਆਂ ਬਦਲੀਆਂ ਬਾਰ-ਬਾਰ ਕਰਕੇ ਨਹੀਂ ਚਲਾ ਸਕਦੇ। ਤੁਸੀਂ ਟੀਚਰ ਦੇ ਵੀ ਮੱਧ ਚ ਬਦਲੀ ਨਹੀਂ ਕਰਦੇ ਛੇਤੀ, ਜਿੱਥੇ ਸਕੂਲ ਸੈਸ਼ਨ ਚੱਲਦਾ ਤੁਸੀਂ ਅਧਿਕਾਰੀਆਂ ਨੂੰ ਜੇ ਤਾਸ਼ ਦੇ ਪੱਤਿਆਂ ਵਾਂਗ ਬਦਲੋਗੇ ਤਾਂ ਤੁਸੀਂ ਕਿਹੜੇ ਵਧੀਆ ਸਕੂਲ ਫਲਾਣੇ ਤੇ ਜਿਹੜੀਆਂ ਚੀਜ਼ਾਂ ਲਿਆਓਗੇ। ਔਰ ਸਕੂਲ ਦੇ ਵਿੱਚ ਵੀ ਇਹੀ ਹੈ ਕਿ ਅਸੀਂ 117 ਬਣਾਉਣੇ ਨੇ ਜੀ ਸਕੂਲ ਆਫ ਐਮੀਨੈਂਸ। ਔਰ ਉਹ ਸਕੂਲ ਆਫ ਐਮੀਨੈਂਸ ਕੀ ਨੇ ਜੀ? ਉਹੀ ਜਿਹੜੇ ਸਮਾਰਟ ਸਕੂਲ ਪਹਿਲਾਂ ਕਹਿੰਦੇ ਨੇ ਅਸੀਂ ਸਮਾਰਟ ਬਣਾਤੇ ਪਹਿਲੀ ਸਰਕਾਰ, ਉਹ ਤੋਂ ਹੀ ਠੱਪਾ ਤੁਸੀਂ ਸਕੂਲ ਆਫ ਐਮੀਨੈਂਸ ਦਾ ਲਾਉਣ ਜਾ ਰਹੇ ਹੋ। ਮੈਂ ਸੁਣਿਆ ਕਿ ਦਿੱਲੀ ਦੇ ਵਿੱਚ ਥੋੜੇ ਜਿਹੇ ਸਕੂਲ ਇਹੋ ਜਿਹੇ ਨੇ ਜਿੱਥੇ ਨਾ ਸਵਿਮਿੰਗ ਪੂਲ ਬਣਾਤੇ, ਉਹ ਸਕੂਲ ਆਫ ਐਮੀਨੈਂਸ ਬਣਾਤੇ। ਬਸ ਉਵੇਂ ਹੀ ਇੱਥੇ ਹੋਊਗਾ। ਰੌਲਾ ਤੁਸੀਂ ਕੀ ਕਰ ਰਹੇ ਹੋ? ਰੌਲਾ ਸਵਿਮਿੰਗ ਪੂਲ ਬਣਾ ਰਹੇ ਹੋ ਜਾਂ ਸਿੱਖਿਆ ਦੇ ਓਵਰਆਲ ਮਿਆਰ ਸੁਧਾਰ ਰਹੇ ਹੋ? ਤੁਸੀਂ ਕਰਨਾ ਕੀ ਚਾਹੁੰਦੇ ਹੋ? ਵੈਸੇ ਕੀ ਇਹ ਪਾਲਿਸੀਆਂ ਠੀਕ ਨੇ? ਪਹਿਲਾਂ ਬਾਦਲ ਵੇਲੇ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ, ਉਹ ਬਾਕੀ ਸਕੂਲਾਂ ਦਾ ਤੁਸੀਂ ਪੱਠਾ ਬਿਠਾ ਦਿਓ ਜੇ 10 ਬੰਦਿਆਂ ਨੂੰ ਬਣਾ ਦਿਓ। ਮਤਲਬ ਇਹ ਪਾਲਿਸੀ ਤੇ ਵੀ ਡਿਬੇਟ ਹੈਗੀ ਹੈ, ਪਰ ਇਹਨਾਂ ਨੂੰ ਬਦਲਣਾ। ਫਿਰ ਕ੍ਰਿਸ਼ਨ ਕੁਮਾਰ ਨੂੰ ਬਦਲਿਆ ਮਾਈਨਿੰਗ ਚੋਂ, ਔਰ ਇਹ ਨਹੀਂ ਦੱਸਿਆ ਪਹਿਲਾਂ ਤਾਂ ਤੁਸੀਂ ਲਾਇਆ ਵੀ ਚੱਕ ਕੇ ਆਪਾਂ ਉੱਥੇ ਲਾ ਦਿੰਦੇ ਆ ਜੀ। ਜਦ ਉਹਨਾਂ ਨੇ ਇਹ ਕਿਹਾ ਵੀ ਭਾਈ ਚਾਹੇ ਤੁਹਾਡਾ ਹੋਵੇ ਚਾਹੇ ਉਹਦਾ ਹੋਵੇ, ਇਹ ਤਾਂ ਐਵੇਂ ਹੀ ਚੱਲੇਗਾ। ਫਿਰ ਉੱਤੇ ਪ੍ਰੈਸ਼ਰ ਪਾਇਆ ਗਿਆ ਕਿ ਹਾਈ ਕੋਰਟ ਨੇ ਚਾਹੇ ਰੋਕ ਲਾਤੀ, ਉਹ ਸ਼ੁਰੂ ਕਰਾਓ। ਤੇ ਉਹਨਾਂ ਨੇ ਸੁਣਿਆ ਕਿ ਕਹਿਤਾ ਭਾਈ ਲਿਖ ਕੇ ਦੇ ਦੋ, ਮੈਂ ਨਹੀਂ ਲਿਖ ਕੇ ਦਿੰਦਾ, ਇਸ ਕਰਕੇ ਮਾਈਨਿੰਗ ਲੈ ਲਿਆ। ਫਿਰ ਉਹਦੇ ਤੋਂ ਬਾਅਦ ਬਦਲਿਆ ਗੁਰਕਿਰਤ ਕਿਰਪਾਲ, ਉਹਦੇ ਬਾਰੇ ਵੀ ਇਹੀ ਕਿਹਾ ਜਾਂਦਾ ਕਿ ਨਾਰਮਲੀ ਉਹ ਥੋੜਾ ਇਸ ਲੈਵਲ ਦਾ ਅਫਸਰ ਆ, ਨਹੀਂ ਰੂਲ ਰੈਗੂਲੇਸ਼ਨ ਵਾਲਾ। ਤੁਸੀਂ ਸਭ ਨੂੰ ਬਦਲਦੇ ਜਾਓਗੇ ਰੂਲ ਰੈਗੂਲੇਸ਼ਨ ਵਾਲੇ ਨੂੰ? ਜਿਹੜਾ ਕਰਪਟ ਹੈ, ਕਰਪਟ ਦੇ ਖਿਲਾਫ ਕਾਰਵਾਈ ਕਰੋ, ਲੋਕਾਂ ਦੇ ਸਾਹਮਣੇ ਜਾਂਚ ਆਵੇ, ਲੋਕਾਂ ਦੇ ਸਾਹਮਣੇ ਆਰਡਰ ਆਵੇ, ਠੀਕ ਹੈ ਗੱਲ, ਕੋਈ ਗੱਲ ਨਹੀਂ, ਕੋਈ ਨਹੀਂ ਕਰਪਟ ਬੰਦੇ ਦੀ ਉਹ ਕਰੂਗਾ। ਪਰ ਜੇਕਰ ਇਸ ਤਰੀਕੇ ਨਾਲ ਕਰਨ ਲੱਗੇ ਕਿ ਮੇਰੀ ਮੰਨੀ ਨਹੀਂ, ਚਾਹੇ ਕਾਨੂੰਨ ਕੁਝ ਵੀ ਕਹਿੰਦਾ ਹੈ, ਚਾਹੇ ਰੂਲਸ ਰੈਗੂਲੇਸ਼ਨ ਚ ਕੁਝ ਵੀ ਕਹਿੰਦੇ ਨੇ, ਐ ਤਾਂ ਨਹੀਂ ਨਾ ਚੱਲੂਗਾ। ਤੁਸੀਂ ਕੋਈ ਬਾਦਸ਼ਾਹ ਨਹੀਂ ਪੁਰਾਣੇ, ਇੱਕ ਸੰਵਿਧਾਨ, ਕਾਨੂੰਨ, ਪ੍ਰੋਟੋਕਾਲ, ਨਾਰਮ ਮੁਤਾਬਕ ਸਿਸਟਮ ਚੱਲਦਾ ਨਾ। ਇਹ ਬਹੁਤ ਬੜਾ ਇੱਕ ਮਾਮਲਾ ਬਣਦਾ ਜਾ ਰਿਹਾ ਸਰਕਾਰ ਤੋਂ, ਜਿਵੇਂ
ਸੰਭਲਦਾ ਨਹੀਂ, ਕੋਈ ਸੂਤ ਨਹੀਂ ਬੈਠਦੀ ਭਾਜੀ ਕਹਾਣੀ। ਤੁਸੀਂ ਬਦਲੀਆਂ ਦੀ ਗੱਲ ਕਰ ਰਹੇ ਹੋ ਤੇ ਆਪਾਂ ਗੱਲ ਕਰ ਰਹੇ ਹਾਂ ਮੁਹੱਲਾ ਕਲੀਨਿਕ ਦੇ ਹਵਾਲੇ ਨਾਲ। ਮੁਹੱਲਾ ਕਲੀਨਿਕ ਵੀ ਕਹਿੰਦੇ ਵਿਵਾਦਾਂ 'ਚ ਨੇ। ਕਹਿੰਦੇ ਕਿ ਇੱਕ ਤਾਂ ਪਿੰਡੂ ਡਿਸਪੈਂਸਰੀਆਂ ਸਿਹਤ ਵਿਭਾਗ ਦੇ ਅਧੀਨ ਚੱਲਣ ਵਾਲੇ ਪਹਿਲੀਆਂ ਡਿਸਪੈਂਸਰੀਆਂ ਉਹਨਾਂ ਦੇ ਉੱਤੇ ਨਵਾਂ ਫੱਟਾ ਲਾਇਆ ਜਾ ਰਿਹਾ। ਦੂਜਾ ਕਹਿੰਦੇ ਕਿ ਉਹਦੀ ਰਿਪੇਅਰ ਤੇ ਉੱਤੇ 25 ਤੋਂ 30 ਲੱਖ ਰੁਪਏ ਖਰਚਿਆ ਜਾ ਰਿਹਾ। ਤੇ ਤੀਸਰਾ ਕਹਿੰਦੇ ਡਾਕਟਰ ਤੇ ਜਿਹੜੇ ਫਾਰਮਾਸਿਸਟ ਨੇ ਉਹਨਾਂ ਦਾ ਨਵਾਂ ਵਿਵਾਦ ਖੜਾ ਹੋ ਗਿਆ। ਫਾਰਮਾਸਿਸਟ ਕਹਿੰਦੇ ਅਸੀਂ ਕੱਚਿਆਂ ਨੂੰ ਪੱਕੇ ਤਾਂ ਕਰ ਲਓ, ਅਸੀਂ ਤਾਂ ਉੱਥੇ ਜੁਆਇਨ ਕਰਾਂਗੇ। ਫਿਰ ਦਵਾਈਆਂ ਦਾ ਮਸਲਾ ਖੜਾ। ਇਹ ਮੁਹੱਲਾ ਕਲੀਨਿਕ ਜਿਹੜੇ ਆਏ ਨੇ ਚਰਚਾ 'ਚ ਕਿ 500 ਹੁਣ ਹੋ ਜਾਣੇ ਆ 100 ਤੋਂ ਵੱਧ ਕੇ, ਉਹ ਕਹਿੰਦੇ ਨਵੇਂ ਵਿਵਾਦਾਂ 'ਚ ਆ ਗਏ। ਨਹੀਂ, ਪਹਿਲਾਂ ਤਾਂ ਗੱਲ ਇਹ ਹੈ ਕਿ ਬਹੁਤ ਬੜਾ ਕੁਐਸਚਨ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਨਕਲ ਮਾਰ ਕੇ ਆਉਂਦੇ ਹੋ ਕਿਤੋਂ ਵੀ, ਦਿੱਲੀ ਇੱਕ ਸਿਟੀ ਸਟੇਟ ਆ, ਉਹਦੀ ਨਕਲ ਮਾਰ ਕੇ ਪੰਜਾਬ ਚ ਆਓਗੇ ਹੂ ਤਰ੍ਹਾਂ ਤਰੀਕੇ ਨਾਲ, ਉਹਨੂੰ ਬਦਲ ਲਓ ਆਪਣੇ ਤਰੀਕੇ ਨਾਲ, ਅਲੱਗ ਗੱਲ ਹੁੰਦੀ ਹੈ। ਉਹ ਵੈਸੇ ਹੀ ਪ੍ਰੈਕਟੀਕਲ ਗੱਲ ਨਹੀਂ ਹੁੰਦੀ। ਅਸੀਂ ਦੇਸ਼ ਚ ਕੀ ਕਹਿ ਰਹੇ ਹਾਂ, ਫੈਡਰਲ ਸਟਰਕਚਰ ਕਿਉਂ ਕਹਿ ਰਹੇ ਹਾਂ, ਜਾਂ ਲੋਕ ਕਿਉਂ ਮੰਗ ਰਹੇ ਨੇ? ਕਿਉਂਕਿ ਉਹ ਕਹਿੰਦੇ ਨੇ ਉੱਥੇ ਦੀਆਂ ਅਲੱਗ-ਅਲੱਗ ਹਾਲਾਤ ਨੇ, ਅਲੱਗ-ਅਲੱਗ ਭੂਗੋਲਿਕ ਸਥਿਤੀਆਂ ਨੇ, ਵਿਰਸੇ ਨੇ, ਬੋਲੀ ਹੈ, ਸੱਭਿਆਚਾਰ, ਸਾਰਾ ਕੁਝ ਹੈ। ਉੱਥੇ ਦੀ ਠੋਸ ਹਾਲਾਤ ਮੁਤਾਬਕ ਕੋਈ ਚੀਜ਼ ਲਾਗੂ ਕਰੋਗੇ, ਪੂਰੇ ਦੇਸ਼ 'ਚ ਉਹੀ ਫਾਰਮੂਲਾ ਥੋੜਾ ਚੱਲ ਜੂਗਾ। ਸਾਡੇ ਡਿਸਪੈਂਸਰੀਆਂ ਨੇ ਰੂਰਲ ਏਰੀਆ ਬਹੁਤ ਵੱਡੇ ਪੱਧਰ ਤੇ, ਦਿੱਲੀ ਤਾਂ ਸਿਟੀ ਸਟੇਟ ਹੈ, ਇੱਕ ਸ਼ਹਿਰ ਦੇ ਵਿੱਚ ਹੈ, ਔਰ ਉਦੋਂ ਤੋਂ ਹੀ ਇਹ ਲਾਗੂ। ਦੂਜੀ ਗੱਲ, ਇਹ ਪੈਸਾ ਕਿੱਥੋਂ ਆਇਆ? ਬਜਟ 40 ਲੱਖ ਦਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ, ਇਹ ਬਜਟ ਦਾ ਪੈਸਾ ਵੀ ਉਸੇ NHRM ਵਿੱਚੋਂ ਤੁਸੀਂ ਜਿਹੜੀਆਂ ਦੀਆਂ ਦਵਾਈਆਂ ਆਉਣੀਆਂ ਸੀ ਹਸਪਤਾਲਾਂ 'ਚ ਵੱਖ-ਵੱਖ ਥਾਵਾਂ ਦੇ ਉੱਤੇ, ਲੋਕਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ, ਲੋਕਾਂ ਨੂੰ ਕੁਝ ਨਹੀਂ ਮਿਲ ਰਿਹਾ, ਤੇ ਉਹਦੇ ਚੋਂ ਕੱਢ ਕੇ ਤੁਸੀਂ ਇਹਦੇ ਤੇ ਲਾ ਰਹੇ ਹੋ, ਤਾਂ ਉਹ ਡਿਫੈਕਟ ਹੋ ਗਈਆਂ। ਹੁਣ ਕਿਸੇ ਡਿਸਪੈਂਸਰੀ 'ਚ ਦਵਾਈ ਨਹੀਂ, ਕਿਸੇ ਹਸਪਤਾਲ 'ਚ ਪਰਚੀ ਫੜਾ ਦਿੰਦਾ ਡਾਕਟਰ ਚੱਕ ਕੇ ਬਾਹਰ ਲੈ ਲਓ। ਇੱਕ ਮੁਹੱਲਾ ਕਲੀਨਿਕ 'ਚ ਤੁਸੀਂ ਕਹਿੰਦਾ ਇੱਥੇ ਦਵਾਈ ਮਿਲੂਗੀ, ਵੱਡੇ ਹਸਪਤਾਲ ਜਿੱਥੇ ਲੋਕ ਜਾਂਦੇ ਨੇ, ਜਿਹੜੀਆਂ ਡਿਸਪੈਂਸਰੀਆਂ ਜਾਂਦੇ ਨੇ, ਉਹ ਤੁਸੀਂ ਡਿਫੈਕਟ ਕਰਤੀਆਂ ਉਸ ਪੱਧਰ ਦੇ ਉੱਤੇ। ਇਸ ਕਰਕੇ ਇੱਕ ਤਾਂ ਇਹ ਵਿਵਾਦ ਦਾ ਜਿਹੜਾ ਕੁਐਸਚਨ ਤਾਂ ਬਣਦਾ ਹੈ, ਤੁਸੀਂ ਨਾ ਇਹਦੇ ਲਈ ਥੋਰੋ ਜਿਹੜੇ ਟੈਕਨੀਕਲ ਬੰਦੇ ਨੇ, ਬਾਕੀ ਬੰਦੇ ਨੇ, ਉਹਨਾਂ ਨਾਲ ਪੂਰੀ ਬੈਠੋ, ਇੱਕ ਪਾਲਿਸੀ ਫਰੇਮ ਕਰੋ। ਕੀ ਦਿੱਲੀ ਦੇ ਮੁਕਾਬਲੇ, ਜੇ ਤੁਹਾਨੂੰ ਇੰਨਾ ਹੀ ਲੱਗਦਾ ਹੁੰਦਾ, ਟੱਚੀ ਹੋ ਤੁਸੀਂ ਕਿ ਗੁਜਰਾਤ ਮਾਡਲ, ਦਿੱਲੀ ਮਾਡਲ, ਫਲਾਨਾ ਮਾਡਲ, ਤਾਂ ਉਹਨੂੰ ਇੱਥੇ ਦੇ ਹਾਲਾਤ ਮੁਤਾਬਕ ਤਾਂ ਢਾਲ ਲਓ, ਇਹੋ ਜੀ ਗੱਲ ਤਾਂ ਕਰ ਲਓ। ਪਹਿਲੀ ਗੱਲ ਤਾਂ ਮੁਹੱਲਾ ਕਲੀਨਿਕ ਨਹੀਂ ਪੰਜਾਬ ਦੇ ਵਿੱਚ ਚੱਲਦਾ ਕੰਮ, ਤਾਂ ਡਿਸਪੈਂਸਰੀ 12,000 ਤੋਂ ਵੱਧ ਤਾਂ ਪਿੰਡ ਨੇ, ਉਹ ਚੀਜ਼ਾਂ ਹੀ ਨਹੀਂ ਚੱਲਦੀਆਂ ਹੁੰਦੀਆਂ, ਮਤਲਬ ਮੁਹੱਲੇ ਦਾ ਕਨਸੈਪਟ। ਪਰ ਠੀਕ ਹੈ, ਤੁਸੀਂ ਉਵੇਂ ਕਰਨਾ ਚਾਹੁੰਦੇ ਹੋ, ਪਰ ਉਹਨੂੰ ਇੱਕ ਪਹਿਲਾਂ ਪਲਾਨਿੰਗ ਬਣਾਓ, ਪਲਾਨਿੰਗ ਬਣਾ ਕੇ ਮਾਹਰਾਂ ਦੀਆਂ ਰਾਇਆਂ ਲਓ, ਫਿਰ ਉਹਦੇ ਮੁਤਾਬਕ ਪੰਜਾਬ ਦੇ ਮਾਹਰ ਦੇ ਮੁਤਾਬਕ ਕੰਮ ਕਰੋ। ਤੁਸੀਂ ਪਲੈਨਿੰਗ ਦੀ ਗੱਲ ਕਰ ਰਹੇ ਹੋ, ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਪਲੈਨਿੰਗ ਕੀਤੀ ਹੈ ਪੰਜਾਬ 'ਚ ਨਿਵੇਸ਼ ਲਿਆਉਣ ਦੀ। ਆਪਣੇ ਮੇਰੇ ਧਿਆਨ 'ਚ ਹੈ ਕਿ ਕਿਸੇ ਸਮੇਂ ਸੁਖਬੀਰ ਬਾਦਲ ਵੀ ਉਦਯੋਗਪਤੀਆਂ ਨੂੰ ਪੰਜਾਬ 'ਚ ਲਿਆ ਕੇ ਬੜੇ ਸਮਾਗਮ ਕਰਦੇ ਰਹੇ ਨੇ। ਕੈਪਟਨ ਅਮਰਿੰਦਰ ਵੀ ਇੱਥੇ ਮੋਹਾਲੀ ਦੇ ਵਿੱਚ ਬੜੇ ਮੇਜ਼ ਕੁਰਸੀਆਂ ਲਾ ਕੇ, ਟੈਂਟ ਲਾ ਕੇ ਦਿਖਾਉਂਦੇ ਰਹੇ ਨੇ ਕਿ ਲਓ ਜੀ ਆ ਗਏ ਸਾਡੇ ਕੋਲ ਉਦਯੋਗਪਤੀ। ਆਹ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਸਕੂਲਾਂ ਕਾਲਜਾਂ ਰਾਹੀਂ ਰੁਜ਼ਗਾਰ ਦੇਣਾ ਜੀ, ਫੈਕਟਰੀਆਂ ਰਾਹੀਂ, ਕੰਪਨੀਆਂ ਰਾਹੀਂ, ਉਹ ਵੀ ਚੰਨੀ ਨੇ ਵੀ ਦਿਖਾਇਆ ਉਹ ਸਾਰਾ ਕੁਝ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰ ਵੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਨਿਵੇਸ਼ ਲਿਆਉਣਾ। ਕਈ ਸੂਬਿਆਂ 'ਚ ਜਾਇਆ ਤੇ ਅੱਜ ਕੱਲ੍ਹ ਮੁੰਬਈ ਗਏ ਨੇ, ਕਹਿੰਦੇ ਫਿਲਮ ਸਿਟੀ ਵੀ ਲਿਆਵਾਂਗੇ, ਉਦਯੋਗ ਵੀ ਲਿਆਵਾਂਗੇ। ਕੀ ਪੰਜਾਬ 'ਚ ਮਾਹੌਲ ਹੈ ਉਦਯੋਗ ਆਉਣ ਵਾਲਾ? ਕੀ ਪੰਜਾਬ ਦੇ ਜੋ ਸਟਰਕਚਰ ਹੈ ਜਾਂ ਜਿਹੜਾ ਵਾਤਾਵਰਨ ਨੂੰ ਲੈ ਕੇ ਸਵਾਲ ਖੜਾ, ਕੀ ਉਹਦੇ ਪੈਮਾਨੇ ਤੇ ਖਰੀਆਂ ਉਤਰਨਗੀਆਂ ਜਿਹੜੀਆਂ ਉਦਯੋਗ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ? ਦੇਖੋ, ਇੱਕ ਤਾਂ ਡਿਸਕੋਰਸ ਇਹ ਨਹੀਂ ਹੁੰਦਾ ਦੇਸ਼ 'ਚ, ਇਹ ਨਹੀਂ ਹੋ ਰਿਹਾ ਕਿ ਇੰਡਸਟਰੀ ਆਵੇ ਜਾਂ ਮਰਜ਼ੀ, ਇੰਡਸਟਰੀ ਲੱਗਣੀ ਚਾਹੀਦੀ ਹੈ, ਇਹ ਠੀਕ ਗੱਲ ਹੈ। ਪਹਿਲੀ ਗੱਲ ਤਾਂ ਨਵੇਂ ਪੈਮਾਨੇ ਤੇ ਇੰਡਸਟਰੀ ਲੱਗਣੀ ਚਾਹੀਦੀ ਹੈ ਜਿਹੜੀ ਪੋਲੂਟ ਨਾ ਕਰੇ। ਦੂਜੀ ਗੱਲ, ਕੀ ਇੰਡਸਟਰੀਲਿਸਟਾਂ ਦਾ ਜਿਹੜਾ ਇੱਕ ਬਣ ਗਿਆ ਸਿਸਟਮ, ਉਹ ਸਾਰੇ ਸਿਸਟਮ ਨੂੰ ਸਾਡੇ ਨੂੰ ਬਲੈਕਮੇਲ ਕਰੇਗਾ ਕਿ ਜੇ ਸਟੇਟ ਆ ਦੇਊਗੀ, ਜੇ ਸਟੇਟ ਆ ਦੇਊਗੀ, ਜੇ ਸਟੇਟ ਆ ਦੇਊਗੀ, ਤਾਂ ਤੁਸੀਂ ਕੀ ਕਰੋਗੇ? ਹਾਂਜੀ, ਲੋਕਾਂ ਦੇ ਬੁਨਿਆਦੀ ਢਾਂਚੇ ਤੇ, ਲੋਕਾਂ ਦੀ ਚੋਣ ਭੂਣ ਦੀ ਕਮਾਈ ਤੇ ਇੱਕ ਬੁਨਿਆਦੀ ਢਾਂਚਾ ਵਿਕਸਿਤ ਹੁੰਦਾ, ਉਹ ਤੇ ਆ ਕੇ ਤੁਸੀਂ ਘਲਾਉਣਾ ਚਾਹੁੰਦੇ ਹੋ। ਇਸ ਅਪਰੋਚ ਨੂੰ ਪਹਿਲਾਂ ਤਾਂ ਓਵਰਆਲ, ਕਿਉਂਕਿ ਸਾਡੇ ਕੋਈ ਪਾਰਟੀ ਨਹੀਂ, ਸਾਡੀ ਡਿਬੇਟ ਉਸ ਪਾਸੇ ਜਾਂਦੀ ਹੈ, ਉਹ ਫੋਲੋ ਨਹੀਂ ਕਰਦੇ ਇਹਨੂੰ। ਆਊਟ ਆਫ ਬਾਕਸ ਜਿਵੇਂ ਕਹਿੰਦੇ ਆ, ਉਹਦੇ ਤੋਂ ਬਾਕਸ ਤੋਂ ਬਾਹਰ ਜਾ ਕੇ ਸੋਚਣ ਦਾ ਸਵਾਲ ਹੈ ਕਿ ਡਿਵੈਲਪਮੈਂਟ ਕਿਹਨੂੰ ਕਹਿੰਦੇ ਨੇ। ਕੀ ਡਿਵੈਲਪਮੈਂਟ ਪੁਲ, ਸੜਕਾਂ ਜਾਂ ਬਾਕੀ ਚੀਜ਼ਾਂ ਸਾਰਾ ਕੁਝ ਇਹੀ ਹੈ, ਜਾਂ ਡਿਵੈਲਪਮੈਂਟ ਲੋਕਾਂ ਦਾ ਮਨੁੱਖੀ ਸ਼ਖਸੀਅਤਾਂ ਦੇ ਵਿਕਾਸ, ਕੁਦਰਤੀ ਸਰੋਤਾਂ ਦੀ ਸੰਭਾਲ, ਸਾਰੀ ਇੱਕ ਬੈਲੈਂਸ, ਇੱਕ ਟਿਕਾਊ ਵਿਕਾਸ ਹੈ। ਇੱਕ ਤਾਂ ਇਹ ਪੈਮਾਨੇ ਤੇ ਚਰਚਾ ਹੀ ਨਹੀਂ ਹੈ, ਜਿਹਦੇ ਤੇ ਹੋਣਾ ਬਹੁਤ ਜ਼ਰੂਰੀ ਹੈ। ਦੂਜੀ ਗੱਲ ਇਹ ਹੈ ਕਿ ਫਿਰ ਸਾਡੇ ਵੀ ਕਿਸ ਤਰੀਕੇ ਦੀ ਜਿਹੜਾ ਇੱਕ ਮਾਹੌਲ ਉਸ ਲੈਵਲ ਤੇ ਆਏਗਾ। ਨਾਰਮਲੀ ਹਰ ਸਟੇਟ ਦੇ ਕੁਝ ਪਲੱਸ ਪੁਆਇੰਟ ਹੁੰਦੇ ਨੇ, ਹਰ ਸਟੇਟ ਦੇ ਕੁਝ ਕਮਜ਼ੋਰ ਪੁਆਇੰਟ, ਬਿਲਕੁਲ, ਕਿਉਂਕਿ ਇੱਕ ਤਾਂ ਅਸੀਂ ਕਿਸੇ ਵੀ ਸਮੁੰਦਰ ਦੇ ਨਾਲ ਨਹੀਂ, ਪੰਜਾਬ ਲੱਗਦਾ ਲੈਂਡ ਲੌਕਡ ਹੈ, ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਵੀ ਮਾਮਲੇ ਨੇ ਜਿਹੜੇ ਮਹਿੰਗੀ ਲੈਂਡ ਵੀ ਮਹਿੰਗੀ ਹੈ, ਕਿਉਂਕਿ ਫਰਟਾਈਲ ਲੈਂਡ ਹੈ, ਇਹ 3-3, 4-4 ਫਸਲੀ ਜ਼ਮੀਨ ਹੈ, ਕੋਈ ਬੰਜਰ ਜ਼ਮੀਨ ਨਹੀਂ ਹੈ, ਇਹਨੂੰ ਤੁਸੀਂ ਕਹੋਗੇ ਉਸੇ ਭਾਅ ਦਿਓ ਜਿਹੜੇ ਭਾਅ ਬਾਕੀ ਦਿੱਤਾ ਜਾਂਦਾ। ਤਾਂ ਸਾਡਾ ਪਲੱਸ ਪੁਆਇੰਟ ਕੀ ਹੈ? ਕੀ ਤੁਸੀਂ ਇਹ ਸਟੈਂਡ ਲੈ ਰਹੇ ਹੋ ਕਿ ਵਾਹਗਾ ਬਾਰਡਰ ਖੋਲਣਾ ਚਾਹੀਦਾ? ਪਾਕਿਸਤਾਨ 'ਚ 150 ਤੋਂ 200 ਰੁਪਏ ਕਿਲੋ ਆਟਾ ਵਿਕ ਰਿਹਾ ਹੈ, ਤੇ ਪੰਜਾਬ ਨੂੰ ਵੀ ਫਾਇਦਾ, ਪੰਜਾਬ ਨੂੰ ਤੇ ਸਭ ਨੂੰ ਫਾਇਦਾ। ਇੰਡਸਟਰੀ ਭੱਜੀ ਆਊਗੀ, ਐਗਰੋ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਹੈ ਉਹ ਇੱਥੇ ਆਊਗੀ ਹੋਰਾਂ ਕਾਰਨਾਂ ਕਰਕੇ, ਜਦੋਂ ਮੁਨਾਫਾ ਉਹਦੇ 'ਚ ਆਊ। ਤੁਸੀਂ ਬੇਸਿਕ ਪੋਲੀਟੀਕਲ ਮੁੱਦਿਆਂ ਨੂੰ ਤਾਂ ਟੱਚ ਹੀ ਨਹੀਂ ਕਰ ਰਹੇ, ਕੱਲਾ ਉਸੇ ਇਰਦ ਗਿਰਦ ਫਿਰ ਰਹੇ ਹੋ। ਪੰਜਾਬ ਨੂੰ ਹੈ, ਪੰਜਾਬ ਇੰਟਰਨੈਸ਼ਨਲ ਬਾਰਡਰ ਤੇ ਹੈ,
ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ ਗਿਆ, ਇਹਦੇ ਤੇ ਖਾਮੋਸ਼ ਹੋ ਗਏ ਤੁਸੀਂ। ਇਸ ਤੋਂ ਬਾਅਦ ਕਿ ਉਹਨੂੰ ਹੋਰ ਕਿਵੇਂ ਤਰੀਕੇ ਚਲਾਇਆ ਜਾਏ। ਤੁਸੀਂ ਪਾਕਿਸਤਾਨ ਨਾਲ ਸੰਬੰਧਾਂ ਦੇ ਸਵਾਲ ਦੇ ਉੱਤੇ ਜੋ ਮਰਜ਼ੀ ਹੋਵੇ, ਉਹ ਤਾਂ ਦੇਸ਼ ਬਿਲਕੁਲ ਹੀ ਬਰਬਾਦੀ ਦੇ ਕਗਾਰ ਤੇ ਚਲਾ ਗਿਆ, ਮਤਲਬ ਜਿੱਥੇ ਜਿਸ ਲੈਵਲ ਤੇ ਕੰਟਰੋਲ ਹੀ ਨਹੀਂ ਹੋ ਰਿਹਾ, ਹੈ ਨਾ। ਔਰ ਨਾਲ ਇਹ ਕਹਿੰਦੇ ਨੇ ਵੀ ਜੇ ਗਵਾਂਢ ਚ ਐਡੀ ਵੱਡੀ ਹਫੜਾ ਦਫੜੀ ਰਹੇ ਨਾ, ਤਾਂ ਗਵਾਂਢੀ ਜਿਹੜਾ ਚੰਗਾ ਵੀ ਹੈ, ਚਾਹੇ ਉਹ ਜੀਵ ਨਹੀਂ ਸਕਦਾ ਠੀਕ ਤਰੀਕੇ ਨਾਲ। ਕਹਿੰਦੇ ਗਵਾਂਢੀ ਵੀ ਠੀਕ ਨੀਂਦ ਸੌਵੇ ਤਾਂ ਹੀ ਤੁਸੀਂ ਠੀਕ ਸੌ ਸਕਦੇ ਹੋ, ਹੈ ਨਾ। ਇਸ ਲਈ ਗਵਾਂਢ ਦੇ ਵਿੱਚ ਵੀ ਵੱਡੇ ਹੋਣ ਦੇ ਨਾਤੇ, ਕਿਉਂਕਿ ਇਹਨਾਂ ਦੇਸ਼ਾਂ ਦਾ ਆਪਸ ਚ ਮੁਕਾਬਲਾ ਕੋਈ ਨਹੀਂ ਭਾਰਤ ਤੇ ਪਾਕਿਸਤਾਨ ਦਾ, ਭਾਰਤ ਇੱਕ ਵੱਡੀ ਤਾਕਤ ਆ, ਉਹਦੇ ਮੁਕਾਬਲੇ ਉਹਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਸਗੋਂ ਇਹਨਾਂ ਚੀਜ਼ਾਂ ਨੂੰ ਇਸ ਪਾਸੇ। ਹੁਣੇ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਇੱਕ ਕਿਹਾ, ਕੋਸ਼ਿਸ਼ ਵੀ ਇੱਕ ਬਿਆਨ ਦਿੱਤਾ ਨਾ ਕਿ ਸਾਡਾ ਤਾਂ ਕੰਮ ਬਥੇਰਾ ਦੇਖ ਲਿਆ ਸੀ, ਸਾਨੂੰ ਇਹਦੇ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਨੈਗੋਸ਼ੀਏਸ਼ਨ ਉਸ ਪਾਸੇ ਵੱਲ ਆਉਣਾ ਚਾਹੀਦਾ। ਤਾਂ ਉਹ ਵਰਤਾਂਤ ਸਾਡੇ ਕਿਉਂ ਨਹੀਂ? ਪੰਜਾਬ ਵਰਗੇ ਸੂਬੇ ਦੇ ਚੀਫ ਮਿਨਿਸਟਰ ਤੇ ਪਾਰਟੀਆਂ ਨੂੰ ਤਾਂ ਸਗੋਂ ਜ਼ਿਆਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ, ਤਾਂ ਸਾਡੇ ਇਸ ਜੀ ਆਉਣਗੀਆਂ। ਤੁਸੀਂ ਵਪਾਰ ਖੋਲ ਦਿਓ ਵੱਡੇ ਪੱਧਰ ਦੇ ਉੱਤੇ, ਇੱਥੇ ਕਿੰਨੀ ਇੰਡਸਟਰੀ, ਕਿੰਨਾ ਹੀ ਬਾਕੀ ਚੀਜ਼ਾਂ ਆਉਣਗੀਆਂ ਉਸ ਚੀਜ਼ਾਂ ਦੇ ਨਾਲ। ਹੁਣ ਵਪਾਰ ਕਿਉਂਕਿ ਕਰਾਚੀ ਤੇ ਬੰਬੇ ਹੁੰਦਾ ਹੈ, ਕਰਾਚੀ ਤੇ ਬੰਬੇ ਰਾਹੀਂ ਹੁੰਦਾ, ਬਾਗੇ ਬਾਰਡਰ ਰਾਹੀਂ ਨਹੀਂ ਹੁੰਦਾ, ਤੇ ਉਹ ਸਾਰਾ ਮਾਲ ਜਾਂਦਾ ਉਧਰ ਮੁੰਬਈ ਨੂੰ, ਬਾਕੀ ਜਗ੍ਹਾ ਜਾਂ ਯੂਪੀ ਨੂੰ, ਤੇ ਵੱਖ-ਵੱਖ ਜਗ੍ਹਾ ਜਾ ਰਹੇ ਆ। ਇੱਕ ਇਹ ਵੀ ਬੜਾ ਵੱਡਾ ਕੁਐਸਚਨ ਹੈ। ਹਾਂ, ਨਾਲ ਦੀ ਨਾਲ ਇਹ ਵੀ ਹੈ, ਭਗਵੰਤ ਮਾਨ ਉਹਨਾਂ ਦਾ ਜਾਂ ਬਾਕੀ ਕੋਈ ਵੀ ਜਾਂਦਾ, ਇੱਥੇ ਅੰਬਾਨੀ ਹੋਣੀ ਵੀ ਬੁਲਾਏ ਸੀ, ਟਾਟੇ ਸਾਰੇ ਬੁਲਾਏ ਸੀ, ਉਦੋਂ ਤਾਂ ਕੁਦਰਤੀ ਚਪੜਚਿੜੀ ਰੱਖਿਆ ਸੀ ਸਮਾਗਮ ਇਹਨਾਂ ਨੇ। ਚਪੜਚਿੜੀ ਨਾ ਬਰਸਾਤ ਹੋ ਗਈ ਸੀ ਉਦੋਂ ਬਹੁਤ ਜ਼ਿਆਦਾ, ਔਰ ਅਸੀਂ ਆਰਟੀਕਲ ਪੰਜਾਬੀ ਟ੍ਰਿਬਿਊਨ ਛਾਪਿਆ ਸੀ ਕਾਫੀ ਵੱਡਾ, ਉਹਦੇ ਚ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਜਿਹੜੀ ਅਕਾਲੀ ਸਰਕਾਰ ਤੋਂ, ਅਕਾਲੀ ਭਾਜਪਾ ਤੋਂ ਜਵਾਬ ਮੰਗਦੀ ਹੋਊਗੀ। ਉਹਦਾ ਕਾਰਨ ਇਹ ਸੀ, ਉਸ ਹੈਡਿੰਗ ਇਹ ਸੀ, ਉਹਦੇ ਹੈਡਿੰਗ ਦੇ ਵਿੱਚ ਇਹ ਸੀ, ਕਿਉਂਕਿ ਬਾਬਾ ਬੰਦਾ ਬਹਾਦਰ ਨੇ ਇਸੇ ਚਪੜਚਿੜੀ ਦੇ ਮੈਦਾਨ ਦੇ ਵਿੱਚ ਜਿੱਤ ਹਾਸਲ ਕਰਕੇ ਖਾਲਸਾ ਰਾਜ ਲਿਆ ਕੇ ਲੈਂਡ ਟੂ ਦੀ ਟਿਲਰ ਨੂੰ ਦਿੱਤਾ ਸੀ, ਕਿਸਾਨੀ ਜ਼ਮੀਨ ਹਰ ਬਾਗ ਨੂੰ ਦਿੱਤੀ ਸੀ ਵੀ ਜਿਹੜਾ ਬਾਹਰ ਹੈ। ਤੁਸੀਂ ਉਸੇ ਦੀ ਧਰਤੀ ਤੇ ਉਹਦੀ ਰੂਹ ਨਾਲ ਖਿਲਵਾੜ ਕਰਕੇ ਅੱਜ ਅਡਾਨੀਆਂ ਬਾਨੀਆਂ ਨੂੰ ਦੇਣ ਦਾ ਰਾਹ ਤਿਆਰ ਕਰ ਰਹੇ ਹੋ ਜਿਹੜੀਆਂ ਚੀਜ਼ਾਂ ਨੇ। ਅੱਜ ਫਿਰ ਉਹੀ ਸਥਿਤੀ ਕੁਦਰਤੀ ਮੀਂਹ ਪੈ ਗਿਆ, ਫਿਰ ਉਹ ਇੱਧਰ ਜਾ ਕੇ ਕਰਨਾ ਪਿਆ ਸੀਗਾ ਥੋੜਾ ਜਿਹਾ, ਮਤਲਬ ਉਸ ਦਿਨ। ਪਰ ਅਸੀਂ ਉਹ ਸਿੰਬੋਲਿਕ ਚੀਜ਼ਾਂ ਵੀ ਨਹੀਂ ਸੋਚਦੇ ਜਿਹੜੇ ਪਾਲਿਸੀ ਦੇ ਲੈਵਲ ਹੁੰਦੇ, ਜਿਹੜੇ ਉਸ ਪੱਧਰ ਦੇ ਉੱਤੇ। ਔਰ ਉਹਨਾਂ ਨੇ ਵੀ ਕਿੰਨਾ ਲਾਇਆ ਜੀ ਸਾਡੇ ਇੱਥੇ, ਇੰਨਾ ਪੈਸਾ ਖਰਚ ਕੀਤਾ। ਅਮਰਿੰਦਰ ਸਿੰਘ ਹੋਣੀ ਤਾਂ ਵਿਦੇਸ਼ ਵੀ ਜਾ ਕੇ ਆਏ ਸੀ, ਕਾਫੀ ਘੁੰਮ ਕੇ ਆਲੇ ਦੁਆਲੇ। ਉਦੋਂ ਕਹਿੰਦੇ ਸੀ ਕਿ ਕੰਸੋਰਟੀਅਮ ਤੋਂ ਕਰਜ਼ਾ ਲੈ ਕੇ ਆਇਆ, ਪਤਾ ਨਹੀਂ ਕੀ ਕੀਤਾ। ਪਰ ਪੰਜਾਬ ਦੀ ਤਾਂ ਚਲੀ ਹਾਲਾਤ ਕੀ ਨੇ, ਕਿਉਂ ਨਹੀਂ ਸੁਧਰਦੇ? ਕਿਉਂਕਿ ਕੇਂਦਰ ਸਰਕਾਰ ਦੀ ਪਾਲਿਸੀ ਕੀ ਹੈ? ਕੇਂਦਰ ਸਰਕਾਰ ਨੇ ਪਹਾੜੀ ਰਾਜਾਂ ਨੂੰ ਰਿਆਇਤਾਂ ਦੇ ਰੱਖੀਆਂ। ਜੇ ਪਹਾੜੀ ਰਾਜਾਂ ਨੂੰ ਰਿਆਇਤਾਂ ਇੰਨਾ ਲੰਮੇ ਸਮੇਂ ਦੇਣ ਦਾ ਕਾਰਨ ਹੈ ਕਿ ਪੰਜਾਬ ਦੀ ਇੰਡਸਟਰੀ ਉਧਰ ਜਾਵੇ, ਫਿਰ ਕੇਂਦਰ ਤੇ ਦਵਾ ਕਿਉਂ ਨਹੀਂ ਪਾਉਂਦੇ? ਜਾਂ ਕੇਂਦਰ ਚ ਪਾਰਟੀਆਂ ਜਿਹੜੀਆਂ ਨੇ ਕਹਿੰਦੀਆਂ ਨੇ ਮੈਂ ਚੰਗੀ ਆ, ਮੈਂ ਚੰਗੀ, ਤਾਂ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਮਿਲ ਕੇ ਲੈਵਲ ਪਲੇਇੰਗ ਫੀਲਡ ਬਣਾ ਲਓ। ਪੰਜਾਬ ਦਾ ਯੋਗ ਤਾਂ ਯੂਪੀ ਤੱਕ ਨੂੰ ਜਾ ਰਿਹਾ ਹੁਣ। ਨਹੀਂ ਸਾਰੇ, ਉਹਦਾ ਕਾਰਨ ਉਹ ਕਿਤੇ ਵੀ ਜਾਏਗਾ। ਫਿਰ ਜੇ ਤੁਸੀਂ ਪਹਿਲੀ ਗੱਲ ਤਾਂ ਪਹਿਲਾਂ ਤਾਂ ਨੇੜੇ ਹੁੰਦਾ, ਇੱਥੋਂ ਪੱਟ ਕੇ ਤੁਸੀਂ ਉੱਥੇ ਲੈ ਗਏ, ਜੰਮੂ ਕਸ਼ਮੀਰ, ਹਿਮਾਚਲ ਜਾਂ ਵੱਖ-ਵੱਖ ਥਾਵਾਂ ਤੇ, ਜਾਂ ਉੱਤਰਾਖੰਡ ਦੇ ਵਿੱਚ। ਔਰ ਇੱਕ ਪਾਲਿਸੀ ਤਾਂ ਹੋਵੇ। ਪੰਜਾਬ ਕਹਿੰਦਾ ਮੈਂ ਬਾਰਡਰ ਸਟੇਟ ਆ, ਸਾਡੇ ਬਾਰਡਰ ਜ਼ਿਲ੍ਹਿਆਂ ਨੂੰ ਉਹ ਦੇ ਦਿਓ ਜਿਹੜੀ ਪਹਾੜੀ ਨੂੰ ਦਿੱਤੀ ਹੋਈ ਹੈ, ਤੇ ਉਹਨੂੰ ਵੀ ਕਿਉਂ ਨਹੀਂ ਦਿੱਤੀ ਜਾ ਰਹੀ? ਜਿਹੜੇ ਇਹ ਵਿਤਕਰੇ ਨੇ ਇੰਡਸਟਰੀ ਦੇ ਨਾਂ ਤੇ ਵੀ, ਇਹ ਸਵਾਲ ਕਿਉਂ ਅਸੀਂ ਐਡਰੈਸ ਨਹੀਂ ਕਰਦੇ? ਹੁਣ ਸਵਾਲ ਪੂੰਜੀ ਜਾਂ ਇਨਵੈਸਟਮੈਂਟ ਐ ਨਹੀਂ ਆਉਂਦੀ ਜਿਵੇਂ ਚੀਫ ਮਿਨਿਸਟਰ ਜਾ ਕਹਿੰਦੇ ਨੇ ਵੀ ਤੁਸੀਂ ਸਾਡੇ ਆ ਜਾਓ, ਸਾਡੇ ਆ ਜਾਓ, ਸਾਡੇ ਆ ਜਾਓ। ਉਹਦੇ ਲਈ ਇੱਕ ਮਾਹੌਲ ਹੁੰਦਾ, ਇੱਕ ਮਾਹੌਲ ਵਿਕਸਿਤ ਕਰਨਾ ਪੈਂਦਾ। ਮਾਹੌਲ ਦੇ ਵਿੱਚੋਂ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਚਣ ਦਾ ਸਵਾਲ ਹੈ, ਨਹੀਂ ਤਾਂ ਕੋਈ ਮਤਲਬ ਨਹੀਂ ਬਣਦਾ ਉਹਦਾ। ਭਾਜੀ ਤੁਸੀਂ ਕਹਿ ਰਹੇ ਹੋ ਕਿ ਬਾਰਡਰ ਵਾਲਾ ਸੂਬਾ ਹੈ, ਸਰਕਾਰ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਆਉਣਾ ਚਾਹੀਦਾ। ਉਹਨਾਂ ਨੂੰ ਤਾਂ ਚੋਣਾਂ ਜਿੱਤਣ ਦੀ ਪਈ ਹੈ। ਭਾਜਪਾ ਉਸੇ ਬਾਰਡਰ ਦੇ ਕਿਨਾਰੇ ਅੰਮ੍ਰਿਤਸਰ ਦੇ ਵਿੱਚ 2 ਰੋਜ਼ਾ ਆਪਣੀ ਕਾਰਜਕਾਰੀ ਦੀ ਬੈਠਕ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਨੁਕਤੇ ਸਿੱਖ ਰਹੀ ਹੈ ਕਿ ਅਸੀਂ 13 MP ਸੀਟਾਂ ਕਿਵੇਂ ਜਿੱਤਣੀਆਂ, ਤੇ ਉਹ ਕਲਾਸ ਲੈਣ ਲਈ ਬਿਠਾਏ ਨੇ ਸਾਰੇ। ਸੋ ਉਹਨਾਂ ਨੂੰ ਕਿੱਥੇ ਫਿਕਰ ਹੈ ਪੰਜਾਬ ਦੀ ਕਿਸੇ ਰਾਜਨੀਤਿਕ ਪਾਰਟੀ? ਉਹਨਾਂ ਨੂੰ ਤਾਂ ਆਪੋ ਤਾਪੀ ਪਈ ਹੈ ਕਿ ਅਸੀਂ ਆਪਣਾ ਕਬਜ਼ਾ। ਸੋ ਆਹ ਬੀਜੇਪੀ ਦੀ ਨਵੀਂ ਤਿਆਰੀ ਨੂੰ ਕਿਵੇਂ ਦੇਖਦੇ ਹੋ? ਨਹੀਂ, ਬਿਲਕੁਲ। ਅਸਲ 'ਚ ਤਾਂ ਜਿਹੜੀ ਸ਼ਬਦਾਵਲੀ ਵੀ ਹੈ ਨਾ ਅੱਜ ਕੱਲ, ਅੱਗੇ ਪਾਰਟੀਆਂ ਨਾ ਸ਼ਬਦਾਵਲੀ ਦੇ ਲਬਾਦੇ ਦੇ ਵਿੱਚ ਜਿਵੇਂ ਕਹਿੰਦੇ ਨੇ ਉਹ ਗੁੜ 'ਚ ਗੋਲੀ ਲਪੇਟ ਕੇ ਦੇਣੀ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਉਸ ਲੈਵਲ ਤੇ। ਹੁਣ ਤਾਂ ਸ਼ਬਦਾਵਲੀ ਵੀ ਨਹੀਂ। ਉਹ ਕਹਿ ਰਹੇ ਨੇ ਬੀਜੇਪੀ ਵਾਲੇ ਕਿ ਅਸੀਂ 13 ਲੋਕ ਸਭਾ ਤੇ 117 ਅਸੈਂਬਲੀ ਉਹਦੇ ਚ ਨਾ ਯਾਤਰਾ ਕਰਾਂਗੇ। ਮਤਲਬ ਪ੍ਰਸਤਾਵਿਤ ਯਾਤਰਾ ਹੈ ਮਾਰਚ ਤੋਂ। ਭ੍ਰਿਸ਼ਟਾਚਾਰ ਤੇ ਨਸ਼ੇ ਦੇ ਅਮਿਤ ਸ਼ਾਹ ਆਉਣਗੇ ਜਾਂ ਬਾਕੀ ਨੇ। ਉਹਦੇ ਤੇ ਪਾਰਟੀ ਦਾ ਸੰਗਠਨ ਮਜ਼ਬੂਤ ਕਰਾਂਗੇ। ਮੁੱਦੇ ਬਾਅਦ ਦੀ ਗੱਲ ਹੈ, ਤਾਂ ਬਾਅਦ ਦੀ ਗੱਲ ਹੈ ਵੀ ਹਾਂ ਅਸੀਂ ਨਸ਼ਾ ਨਾਲ ਲੈ ਲਾਂਗੇ, ਅਸੀਂ ਬਾਕੀ ਚੀਜ਼ਾਂ ਲੈ ਲਾਂਗੇ। ਉਹ ਤਾਂ ਇੱਕ ਜਰੀਆ ਹੈ ਜਾਣ ਦਾ, ਹੈ ਨਾ। ਪਰ ਮੇਨ ਗੱਲ ਕੀ ਹੈ, ਜਿਹੜਾ ਸਾਡਾ ਸਟਰਕਚਰ ਹੁੰਦਾ ਸੀ ਦੇਸ਼ਾਂ ਦਾ, ਅੱਗੇ ਜਿਹੜੇ ਧਰਨੇ ਮੁਜ਼ਾਹਰੇ, ਪਾਰਟੀਆਂ ਦੀ ਸੋਚ ਕੀ ਹੁੰਦੀ ਸੀ ਕਿ ਮੈਂ ਇਹ ਤਹਿਸੀਲ ਪੱਧਰ ਤੇ ਕਰ ਰਿਹਾ, ਮੈਂ ਜ਼ਿਲ੍ਹੇ ਪੱਧਰ ਤੇ ਕਰ ਰਿਹਾ, ਮੈਂ ਇਹ ਸਟੇਟ ਪੱਧਰ ਤੇ ਕਰ ਰਿਹਾ।
ਹੁਣ ਮੈਂ ਸੀਟ ਪੱਧਰ ਤੇ ਕਰ ਰਿਹਾ। ਸੀਟ ਪੱਧਰ ਤੇ ਕਰਦੇ ਦਾ ਮਤਲਬ ਕੀ ਹੈ ਕਿ ਮੇਰੇ ਦਿਮਾਗ 'ਚ ਕੱਲੀ ਸੀਟ ਹੈ, ਕੱਲੀ ਚੋਣ ਹੈ, ਬਸ ਬਾਕੀ ਕੋਈ ਨਹੀਂ ਹੈ। ਬਾਕੀ ਢਾਂਚਾ ਜੇ ਉਹ ਬਾਕੀ ਦੀਆਂ ਚੀਜ਼ਾਂ ਮੁੱਦੇ ਸਭ ਮੰਨਫੀ ਨੇ। ਔਰ ਉਹ ਕਹਿ ਰਹੇ ਨੇ ਕਿ ਅਸੀਂ ਕਿੰਨੇ ਅੱਜ ਕੱਲ ਤਾਂ ਵੈਸੇ ਇੱਕ ਚੰਗੀ ਗੱਲ, ਇਹ ਚੰਗੀ ਜਾਂ ਬੁਰੀ ਗੱਲ ਜੋ ਵੀ ਮਰਜ਼ੀ ਕਹੋ, ਬੀਜੇਪੀ ਨਹੀਂ ਲੱਗਦੀ ਨਾ, ਉਹਦੇ 'ਚ ਅੱਧੇ ਤੋਂ ਵੱਧ ਪੱਗਾਂ ਵਾਲੇ ਦੂਜੇ ਬਿਠਾ ਕੇ ਦਿਖਾਈ ਦਿੰਦੇ ਨੇ। ਕੋਈ ਕਾਂਗਰਸ ਚੋਂ ਆਇਆ, ਕੋਈ ਅਕਾਲੀਆਂ ਚੋਂ ਆਇਆ, ਕੋਈ ਕਿਸੇ ਚੋਂ ਆਇਆ। ਔਰ ਆਉਂਦੇ ਕਹਿੰਦੇ ਨੇ, ਸੁਣਿਆ ਉਹੀ ਬੀਜੇਪੀ ਦਾ ਇੱਕ ਲੀਡਰ ਹੋਰ ਕਹਿ ਰਿਹਾ ਸੀ ਕੱਲ ਕਿ ਅਕਾਲੀ ਦਲ ਦੇ ਕਾਫੀ ਬੰਦੇ ਸਾਡੇ ਲਾਈਨ 'ਚ ਲੱਗੇ ਨੇ, ਅਜੇ ਅਸੀਂ ਟੈਸਟ ਕਰ ਰਹੇ ਹਾਂ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ ਨਾ। ਇਹ ਚੱਲ ਰਹੀ ਹੈ ਚਰਚਾ ਭਾਜੀ ਕਿ 29 ਤਰੀਕ ਦੀ ਜਿਹੜੀ ਰੈਲੀ ਰੱਦ ਹੋਈ ਹੈ ਬੇਸ਼ੱਕ ਅਮਿਤ ਸ਼ਾਹ ਵਾਲੀ, ਕਿ ਜੇ ਆਉਣ ਵਾਲੇ ਦਿਨਾਂ 'ਚ ਜਦੋਂ ਹੁੰਦੀ ਹੈ ਤਾਂ ਕਾਂਗਰਸ ਜਾਂ ਅਕਾਲੀਆਂ ਦੇ ਕੋਈ ਵੱਡੇ ਚਿਹਰੇ ਸ਼ਾਮਲ ਹੋ ਰਹੇ ਨੇ। ਉਹਨੇ ਅਕਾਲੀਆਂ ਦਾ ਪਾਰਟੀਕੁਲਰਲੀ ਕਿਹਾ, ਅੱਛਾ, ਓਪਨਲੀ ਕਿਹਾ, ਖਬਰਾਂ ਵੀ ਛਪੀਆਂ ਨੇ ਕਿ ਹਾਂ ਜੀ ਅਕਾਲੀਆਂ ਦੇ ਵੀ ਬੰਦੇ ਆਉਣ ਲਈ ਤਿਆਰ ਨੇ, ਸਾਡੇ ਨਾਲ ਸੰਪਰਕ 'ਚ ਨੇ, ਕਿਹਨੂੰ ਲੈਣਾ ਕਿਹਨੂੰ ਨਹੀਂ। ਔਰ ਹੁਣ ਉਹ ਇਹਦਾ ਮਤਲਬ ਬੀਜੇਪੀ ਇੱਕ ਪਾਰਟੀ ਰਹਿ ਗਈ ਜਿਹਦੇ ਬਹੁਤ ਸਕੋਪ ਪਿਆ। ਕਿਉਂ ਜਾਂਦੇ ਨੇ ਉੱਥੇ? ਐ ਨਹੀਂ ਕਿ ਬੀਜੇਪੀ ਵਧੀਆ ਪਾਰਟੀ ਹੈ ਜਾਂ ਬੀਜੇਪੀ ਪੰਜਾਬ ਲਈ ਫਿੱਟ ਹੈ। ਪੰਜਾਬ ਦੇ ਲਈ ਤਾਂ ਉਹ ਫਿੱਟ ਅਨਫਿੱਟ ਪਾਰਟੀ ਹੈ, ਸਭ ਨੂੰ ਬੜਾ ਪੰਜਾਬੀਆਂ ਦਾ ਮਾਈਂਡ ਸੈਟ ਪਤਾ। ਇੱਕ ਤਾਂ ਇਹ ਗੱਲ ਹੈ ਕਿ ਉੱਥੇ ਈਡੀ ਤੇ ਸੀਬੀਆਈ ਤੇ ਬਾਕੀ ਚੀਜ਼ਾਂ ਨੇ। ਦੂਜੀ ਇਹ ਗੱਲ ਹੈ ਕਿ ਉਹਦੇ ਕੋਲ ਬਹੁਤ ਵਾਧੂ ਮਾਨ ਪਿਆ, ਜਿਵੇਂ ਆਪ ਕੋਲ ਸੀ ਨਾ, ਕਿਉਂਕਿ ਪੁਰਾਣੀ ਪਾਰਟੀ ਨਹੀਂ ਸੀ, ਨਵੀਂ ਸੀ, ਉਹਦੇ ਕੋਲ ਸੀਟਾਂ ਵਾਧੂ ਨੇ, ਉਹਨੇ ਬੰਦੇ ਨਹੀਂ ਸਭ ਵੰਡਣ ਲਈ ਤੇ ਇੱਕ ਹੈ। ਬਾਕੀ ਚ ਜੇ ਉਹ ਹੁਣ ਨਹੀਂ ਹੈ, ਕੰਪੀਟੀਸ਼ਨ ਹੈ ਜਿਹੜੇ ਬਾਕੀ ਦੀਆਂ ਨੇ। ਤੇ ਉਦੋਂ ਅਗਲਾ ਗੱਲ ਇਹ ਹੈ ਕਿ ਅੱਜ ਹੀ ਰਾਜਕੁਮਾਰ ਬੇਰਕਾ ਜਿਹੜੇ ਕਾਂਗਰਸ ਚੋਂ ਹੀ ਗਏ ਨੇ, ਉਹ ਸਪੋਕਸ ਪਰਸਨ ਕਹਿੰਦਾ ਮੈਂ ਯਾਤਰਾ ਦਾ ਇੰਚਾਰਜ ਹਾਂ। ਮਤਲਬ ਉਹ ਯਾਤਰਾ ਦਾ ਇੰਚਾਰਜ, ਜੇ ਉਹਨਾਂ ਦੇ ਕਹਿਣ ਮੁਤਾਬਕ ਅੱਜ ਕੱਲ੍ਹ ਰਾਜਕੁਮਾਰ ਜਿੱਤਰ ਤਾਂ ਉਹ ਬੇਰਕਾ ਹੋਏਗਾ, ਤਾਂ ਇਟ ਮੀਨ ਜੋ ਕਾਂਗਰਸ ਦੀ ਅੱਧੀ ਪਚੱਧੀ ਯਾਤਰਾ ਹੋਏਗੀ ਉਹ ਜੀ, ਉਹ ਜਾਂ ਬੀਜੇਪੀ ਦੀ ਹੋਏਗੀ। ਇਹ ਵੀ ਤਾਂ ਇੱਕ ਸਵਾਲ ਹੈ। ਤੇ ਉੱਥੇ ਲਾਲਪੁਰਾ ਸਾਹਿਬ ਕਹਿ ਰਹੇ ਨੇ ਖੜ ਕੇ ਇੱਕ ਗੱਲ, ਲਾਲਪੁਰਾ ਜਿਹੜੇ ਅੱਜ ਕੱਲ੍ਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੈ ਨਾ, ਕਹਿੰਦੇ ਮੈਂ ਜਦ ਐਸਐਸਪੀ ਸੀ ਅੰਮ੍ਰਿਤਸਰ ਚ, ਸਾਰੇ ਸਮਗਲਰ ਕਹਿੰਦੇ ਜ਼ਿਲ੍ਹਾ ਛੱਡ ਕੇ ਭੱਜ ਗਏ ਸੀ। ਅੱਛਾ, ਕੋਈ ਨਸ਼ਾ ਨਹੀਂ ਸੀ ਇੱਥੇ ਬੰਦ, ਅਸੀਂ ਉਸੇ ਤਰ੍ਹਾਂ ਇੱਕ ਹਫ਼ਤੇ ਚ ਨਸ਼ਾ ਬੰਦ ਕਰ ਦਿਆਂਗੇ। ਇਹ ਗੋਲੀ ਕਿਹਨੂੰ ਦਿੱਤੀ ਜਾ ਰਹੀ ਹੈ? ਜਾਂ ਤਾਂ ਲਾਲਪੁਰਾ ਸਾਹਿਬ ਬਹੁਤ ਜ਼ਿਆਦਾ ਓਵਰ ਸਿਆਣੇ ਨੇ, ਲੋਕਾਂ ਨੂੰ ਪਤਾ ਕੁਝ ਨਹੀਂ ਹੈ। ਇਹੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਸੀ, ਉਹਨੇ ਤਾਂ ਚਲੋ ਮਹੀਨੇ ਚ ਕਿਹਾ ਸੀ, ਇਹਨਾਂ ਨੇ ਹਫ਼ਤੇ ਚ ਕਹਿਤਾ। ਨਸ਼ਾ ਕੀ ਐਡੀ ਹਲਕੀ ਚੀਜ਼ ਹੈ? ਮੈਨੂੰ ਐ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਪਤਾ ਨਹੀਂ ਹੈ। ਆਫਟਰ ਆਲ ਉਹ ਕਿਤਾਬਾਂ ਵੀ ਲਿਖਦੇ ਰਹੇ, ਪੜ੍ਹਦੇ ਲਿਖਦੇ ਬੰਦੇ ਨੇ ਲੱਗਦੇ ਨੇ। ਪਰ ਤੁਸੀਂ ਲੋਕਾਂ ਨੂੰ ਫੇਸ ਵੈਲਿਊ ਤੇ ਤੁਹਾਡੀ ਤੇ ਐ ਲੈਣ ਵੀ ਤੁਹਾਡੀ ਗੱਲ ਮੰਨ ਜਾਣ ਬਿਨਾਂ ਗੱਲ ਤੋਂ। ਨਸ਼ੇ ਦਾ, ਡਰੱਗ ਦਾ ਜਿਹੜਾ ਇੱਕ ਨੈਕਸਸ ਹੈ, ਦੁਨੀਆ ਲੈਵਲ ਤੇ ਵੀ ਹੈ, ਇਹ ਦੇਸ਼ ਲੈਵਲ ਤੇ ਵੀ ਹੈ। ਜਦੋਂ ਅਡਾਨੀ ਦੀ ਬੰਦਰਗਾਹ ਤੇ ਗੁਜਰਾਤ ਚ ਸਭ ਤੋਂ ਵੱਡੀਆਂ ਖੇਪਾਂ ਉਤਰਦੀਆਂ ਨੇ ਹੈਰੋਇਨ ਦੀਆਂ, ਤੇ ਤੁਸੀਂ ਗੱਲ ਵੀ ਨਹੀਂ ਕਰਦੇ ਤੇ ਉਹਦੇ ਤੇ ਕੁਸਕਦੇ ਤੱਕ ਨਹੀਂ ਹੋ, ਤਾਂ ਤੁਸੀਂ ਨਸ਼ਾ ਕਿਵੇਂ ਹਫ਼ਤੇ ਜਾਂ 10 ਦਿਨ ਦਾ ਚੁਟਕੀ ਦਾ ਖੇਡ ਹੈ ਵੀ ਕੋਈ ਉੱਥੇ ਦੁਕਾਨ ਪਾਈ ਬੈਠਾ ਤੇ ਉਹਨੂੰ ਤੁਸੀਂ ਦੁਕਾਨ ਬੰਦ ਕਰਾ ਦੇਣੀ ਹੈ। ਘੱਟੋ ਘੱਟ ਪੰਜਾਬ ਬਹੁਤ ਜ਼ਿਆਦਾ ਭੁਗਤ ਚੁੱਕਿਆ ਹੈ, ਬਹੁਤ ਜ਼ਿਆਦਾ ਨੁਕਸਾਨ ਕਰਾ ਚੁੱਕਿਆ ਹੈ। ਤੇ ਮਤਲਬ ਬੋਲਣਾ ਤਾਂ ਇੱਕ ਗਰਾਊਂਡ ਦੀ ਜਿਹੜੀ ਜ਼ਮੀਨੀ ਹਕੀਕਤ ਆ ਉਹਦੇ ਮੁਤਾਬਕ ਸ਼ੁਰੂ ਕਰੇ। ਬਿਲਕੁਲ, ਜੇ ਉਹਦੇ ਮੁਤਾਬਕ ਬੋਲਣਾ ਵੀ ਸ਼ੁਰੂ ਨਹੀਂ ਕਰੇਗੀ ਲੀਡਰਸ਼ਿਪ, ਤਾਂ ਲੋਕਾਂ ਨੂੰ ਨਾਲ ਕਿਵੇਂ ਜੋੜੇਗੀ ਉਸ ਪੱਧਰ ਦੇ ਉੱਤੇ? ਲੋਕਾਂ ਦਾ ਭਰੋਸਾ ਕਿਵੇਂ ਜਿੱਤਿਆ ਜਾਏਗਾ? ਤੁਸੀਂ ਇੱਕ ਨਾਰਿਆਂ ਦੇ ਰਾਹੀਂ, ਨਾਅਰੇਬਾਜ਼ੀ ਦੀ ਜਿਹੜੀ ਪੋਲਿਟਿਕਸ ਹੁੰਦੀ ਹੈ, ਉਹਦੇ ਰਾਹੀਂ ਪੰਜਾਬ ਨੂੰ ਦਰੁਸਤ ਕਰਨਾ ਚਾਹੁੰਦੇ। ਪੰਜਾਬ ਦਾ ਬੱਚਾ ਜਾ ਰਿਹਾ ਆਈਲੈਟਸ ਕਰਕੇ ਬਾਹਰ ਸਾਰੇ ਦੇ ਸਾਰੇ, ਤੇ ਤੁਸੀਂ ਉਹਨੂੰ ਉਜਾੜਨ ਦੇ ਰਾਹ ਸਾਰੇ ਰਲ ਮਿਲ ਕੇ ਪੈ ਰਹੇ ਹੋ, ਤੇ ਇਹਦਾ ਕੋਈ ਮਤਲਬ ਨਹੀਂ। ਕਿਸੇ ਇੱਕ ਮੈਂ ਤੁਹਾਨੂੰ ਭੋਗ ਦੀ ਗੱਲ ਜੀ ਸੁਣਾ ਕੇ ਆਪਣੀ ਗੱਲ ਨਹੀਂ ਦੱਸਦਾ। ਇੱਕ ਭੋਗ ਤੇ ਮੇਰੇ ਕਿਸੇ ਦੋਸਤ ਦਾ ਬੇਟਾ ਗਿਆ, ਪੋਲੀਟੀਕਲ ਪਰਿਵਾਰ ਸੀ, ਕਈ ਮੰਤਰੀ ਸਾਬਕਾ ਮੰਤਰੀ ਉੱਥੇ ਆਏ ਹੋਏ, ਤੇ ਮੈਨੂੰ ਉਹ ਕਹਿੰਦਾ ਤੁਸੀਂ ਮਤਲਬ ਧੰਨਵਾਦ ਤੁਸੀਂ ਕਰਦੇ। ਮੈਂ ਯਾਰ ਮੈਂ ਇਸ ਦੇ ਫਿੱਟ ਨਹੀਂ ਆ ਬੰਦਾ, ਤੂੰ ਹੋਰ ਤੋਂ ਕਰਾ ਲੈ। ਅੱਛਾ, ਸਾਰੇ ਬੋਲੀ ਜਾਂਦੇ ਨੇ, ਵਾਹਿਗੁਰੂ ਨੇ ਮਤਲਬ ਬਾਹ ਫੜ ਲਈ, ਹੁਣ ਅੱਗੇ ਵੀਜ਼ਾ ਉੱਥੇ PR ਵੀ ਕਰਾ ਦੂਗਾ, ਫਲਾਨਾ ਵੀ ਕਰਾ ਦੂਗਾ, ਚੰਗੀ ਗੱਲ ਕੀਤੀ ਹੈ ਅਖੰਡ ਪਾਠ ਤੋਂ ਬਾਅਦ। ਤੇ ਮੈਨੂੰ ਥੋੜਾ ਗੁੱਸਾ ਆਇਆ, ਪਤਾ ਨਹੀਂ ਮੈਂ ਠੀਕ ਬੋਲਿਆ ਜਾਂ ਨਹੀਂ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਜਰਾ ਆਪਣੀ ਨਲਾਇਕੀ ਦਾ ਵੀ ਵਾਹਿਗੁਰੂ ਦੇ ਖਾਤੇ ਤਾਂ ਨਾ ਪਾਓ। ਤੁਸੀਂ ਇੰਨਾ ਚਿਰ ਸਰਕਾਰਾਂ ਚਲਾਈਆਂ ਨੇ, ਇੱਥੇ ਨਾ ਬੱਚਿਆਂ ਜੋਗਾ ਨਾ ਕੋਈ ਰੁਜ਼ਗਾਰ ਛੱਡਿਆ, ਨਾ ਕੋਈ ਮਾਹੌਲ ਛੱਡਿਆ, ਨਾ ਕੋਈ ਆਲੇ ਦੁਆਲੇ। ਇਹ ਨਲਾਇਕੀਆਂ ਤੁਹਾਡੀਆਂ ਨੇ, ਤੁਸੀਂ ਉਹ ਵੀ ਵਾਹਿਗੁਰੂ ਦੇ ਖਾਤੇ ਪਾ ਰਹੇ ਹੋ। ਧੰਨਵਾਦ ਕਰੋ ਨਾ, ਮਤਲਬ ਤੁਸੀਂ ਕਹਿ ਰਹੇ ਹੋ ਪੰਜਾਬ ਪੱਕਾ ਉਜੜੇ। ਦੇਖੋ ਵਾਹਿਗੁਰੂ ਹੁਣ ਪਹਿਲਾਂ ਵੀਜ਼ਾ ਲਵਾਤਾ, ਫਿਰ ਵਾਹਿਗੁਰੂ ਨੇ ਉਦੋਂ ਬਾਅਦ ਤੁਹਾਨੂੰ ਪੱਕੀ PR ਦੇ ਦੂਗਾ, ਤੁਸੀਂ ਸਿਟੀਜ਼ਨ ਬਣ ਜਾਓਗੇ। ਤੁਸੀਂ ਇਹ ਅਰਦਾਸ ਕਰ ਰਹੇ ਹੋ ਕਿ ਪੰਜਾਬ ਪੱਕਾ ਹੀ ਉਜੜੇ, ਨਾ ਕਿ ਇਹ ਕਰ ਰਹੇ ਹੋ ਕਿ ਵਾਹਿਗੁਰੂ ਸਰਬੱਤ ਦਾ ਭਲਾ। ਤਾਂ ਇਹ ਕਹਿੰਦਾ ਪੰਜਾਬ ਦੀ ਧਰਤੀ ਨੂੰ ਖੂਬਸੂਰਤ ਬਣਾਓ, ਉਜਾੜੋ, ਬਸਦੀ ਰਹੇ ਤੇ ਸਾਰੇ ਲੋਕ ਆਉਣ ਇੱਥੇ, ਅਸੀਂ ਇੰਨੇ ਜੋਗੇ ਹੋਈਏ। ਮਤਲਬ ਇਹ ਹਾਲ ਚਾਲ ਹੈ ਸਾਡੇ ਓਵਰਆਲ ਲੀਡਰਸ਼ਿਪ। ਇਹ ਰਾਜਨੀਤਿਕ ਲੀਡਰ ਆਪਣੀਆਂ ਗਲਤੀਆਂ ਲੁਕਾਉਣ ਦੇ ਤਰੀਕੇ ਕੱਢਦੀਆਂ ਨੇ। ਸੋ ਜਿਵੇਂ ਹਮੀਰ ਭਾਜੀ ਨੇ ਕਿਹਾ ਕਿ ਨਾ ਉਹਨਾਂ ਨੂੰ ਪਿੰਡ ਦਾ ਫਿਕਰ ਹੈ, ਨਾ ਉਹਨਾਂ ਨੂੰ ਸ਼ਹਿਰ ਦਾ ਫਿਕਰ ਹੈ, ਨਾ ਤੁਹਾਡੀ ਤਹਿਸੀਲ ਜ਼ਿਲ੍ਹੇ ਦਾ ਫਿਕਰ ਹੈ, ਨਾ ਸੂਬੇ ਦਾ ਫਿਕਰ ਹੈ। ਉਹਨਾਂ ਨੂੰ ਫਿਕਰ ਹੈ ਸਿਰਫ ਕੁਰਸੀ ਦਾ।
ਸੋ ਜਿਹੜੀ ਮਰਜ਼ੀ ਪਾਰਟੀ ਦਾ ਹਵਾਲਾ ਦੇ ਲਓ, ਜਿਹੜੀ ਮਰਜ਼ੀ ਸਰਕਾਰ ਦੀ ਗੱਲ ਕਰ ਲਓ, ਲੈ ਦੇ ਕੇ ਮਸਲਾ ਕੁਰਸੀ ਤੇ ਖੜਾ। ਇਸੇ ਹਵਾਲੇ ਨਾਲ ਅਸੀਂ ਇਹ ਸਾਰੇ ਪਹਿਲੂਆਂ ਤੇ ਚਰਚਾ ਕੀਤੀ ਹੈ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ।